हाँ जी। ਸਨਮਾਨਯੋਗ ਗੁਰੂ ਪਿਆਰਿਓ, ਗੁਰੂ ਸਵਾਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਚੱਲ ਰਹੀ ਇਸ ਆਨਲਾਈਨ ਕਲਾਸ ਵਿੱਚ ਸਾਰਿਆਂ ਨੂੰ ਜੀ ਆਇਆਂ। ਅੱਜ ਮੰਗਲਵਾਰ ਗੌੜੀ ਰਾਗ ਦੀ ਬਾਣੀ 52 ਅੱਖਰੀ ਜੋ ਭਗਤ ਕਬੀਰ ਜੀ ਦੀ ਉਚਾਰਨ ਕੀਤੀ ਹੋਈ ਹੈ, ਜਿਸ ਦੀਆਂ ਅਸੀਂ 15 ਪੌੜੀਆਂ ਤੱਕ ਵਿਚਾਰ ਕਰ ਚੁੱਕੇ ਹਾਂ। ਅੱਜ ਅਸੀਂ 16ਵੀਂ ਪੌੜੀ ਤੋਂ ਵਿਚਾਰ ਕਰਨੀ ਹੈ। ਇਹ ਵਿਚਾਰ ਦੀ ਸੇਵਾ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਸਾਡੇ ਨਾਲ ਹਰ ਮੰਗਲਵਾਰ ਸਾਂਝੀ ਕਰਦੇ ਹਨ। ਜਿੱਥੇ ਅਰਥਬੋਧ ਸਮਝਾਉਂਦੇ ਨੇ, ਉੱਥੇ ਗੁਰਬਾਣੀ ਵਿਆਕਰਨ ਦੇ ਨਿਯਮ, ਉਚਾਰਨ ਦਾ ਪੱਖ, ਉਹਦਾ ਸਿਧਾਂਤਕ ਪੱਖ, ਭਾਵ ਅਰਥ, ਹਰ ਚੀਜ਼ ਸਾਡੇ ਨਾਲ ਸਾਂਝੀ ਕਰਦੇ ਹਨ। ਤੋ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਨੂੰ ਬੇਨਤੀ ਕਰ ਰਿਹਾ ਹਾਂ ਕਿ ਅੱਜ ਦੀ ਅਸੀਂ ਵਿਚਾਰ ਆਰੰਭ ਕਰੀਏ। 15 ਪੌੜੀਆਂ ਤੱਕ ਅਸੀਂ ਵਿਚਾਰ ਕਰ ਚੁੱਕੇ ਹਾਂ। 16ਵੇਂ ਅੰਕ ਤੋਂ ਅੱਜ ਦੀ ਵਿਚਾਰ ਅਸੀਂ ਆਰੰਭ ਕਰ ਰਹੇ ਹਾਂ ਜੀ। ਗਿਆਨੀ ਅੰਮ੍ਰਿਤਪਾਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਿੱਖ ਮਿਸ਼ਨਰੀ ਕਾਲਜ ਦੇ ਚੇਅਰਮੈਨ ਸਰਦਾਰ ਹਰਜੀਤ ਸਿੰਘ ਜੀ, ਉਹਨਾਂ ਦੇ ਸਮੁੱਚੇ ਵਿਦਵਾਨਾਂ ਦੀ ਟੀਮ ਅਤੇ ਇਸ ਕਲਾਸ ਨਾਲ ਜੁੜੀਆਂ ਹੋਈਆਂ ਸਾਰੀਆਂ ਸੰਗਤਾਂ ਨੂੰ ਬਹੁਤ ਹੀ ਪਿਆਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਭਗਤ ਕਬੀਰ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ 52 ਅੱਖਰੀ ਬਾਣੀ ਦੀ ਅਸੀਂ ਵਿਚਾਰ ਕਰ ਰਹੇ ਹਾਂ, ਜਿਹਦੇ ਵਿੱਚ ਭਗਤ ਕਬੀਰ ਜੀ ਇੱਕ ਇੱਕ ਅੱਖਰ ਦੇ ਰਾਹੀਂ ਸਾਨੂੰ ਗੁਰਮਤਿ ਦਾ ਕੀਮਤੀ ਉਪਦੇਸ਼ ਦੇ ਰਹੇ ਹਨ ਔਰ ਜ਼ਿੰਦਗੀ ਵਿੱਚ ਕਿਸ ਤਰ੍ਹਾਂ ਜਿਉਣਾ ਹੈ ਉਹਦੀ ਸਾਨੂੰ ਯੋਗ ਅਗਵਾਈ ਕਰ ਰਹੇ ਹਨ। ਝੱਜੇ ਅੱਖਰ ਤੱਕ ਅਸੀਂ ਇਹ ਵਿਚਾਰ ਕਰ ਚੁੱਕੇ ਹਾਂ, ਜਿਹਦੇ ਵਿੱਚ ਅਸੀਂ ਪਿਛਲੇ ਦਿਨੀ ਇਹ ਵਿਚਾਰ ਕੀਤੀ ਸੀ ਕਿ ਝੱਜਾ ਅੱਖਰ ਸਾਨੂੰ ਯਾਦ ਦਿਵਾਉਂਦਾ ਝਗੜਿਆਂ ਦੀ, ਤੇ ਝਗੜਿਆਂ ਦੇ ਵਿੱਚ ਅਸੀਂ ਫਸ ਜਾਂਦੇ ਹਾਂ, ਤੇ ਝੱਜੇ ਅੱਖਰ ਦੇ ਰਾਹੀਂ ਅਸੀਂ ਉਲਝ ਜਾਂਦੇ ਹਾਂ। ਝੱਜੇ ਅੱਖਰ ਦੇ ਰਾਹੀਂ ਫਿਰ ਝਕਦੇ ਵੀ ਰਹਿੰਦੇ ਹਾਂ, ਫਿਰ ਝੱਜੇ ਅੱਖਰ ਰਾਹੀਂ ਅਸੀਂ ਝੱਕ ਵੀ ਮਾਰਦੇ ਹਾਂ। ਪਰ ਭਗਤ ਜੀ ਆਖਦੇ ਨੇ, ਜੇ ਕਿਤੇ ਝੱਜਾ ਅੱਖਰ ਸੁਲਝ ਦੇ ਵਿੱਚ ਆ ਜਾਏ, ਸੁਲਝਣ ਦੇ ਵਿੱਚ, ਤੇ ਅਸੀਂ ਸੁਲਝ ਵੀ ਸਕਦੇ ਹਾਂ। ਸਾਡੇ ਸਾਰੇ ਝਗੜੇ ਜਿਹੜੇ ਨੇ ਖਤਮ ਹੋ ਸਕਦੇ ਨੇ। ਉਲਝੇ ਹੋਇਆ ਅਸੀਂ ਆਪਣੀਆਂ ਚੀਜ਼ਾਂ ਵਿੱਚ, ਆਪਣੇ ਕਰਮ ਕਾਂਡਾਂ ਦੇ ਵਿੱਚ, ਕਿ ਸਾਨੂੰ ਕਿਸੇ ਨੇ ਦੱਸ ਦਿੱਤਾ ਕਿ ਰੱਬ ਨੂੰ ਪਾਉਣਾ ਤੇ ਤੁਹਾਨੂੰ ਨਹਾਉਣਾ ਪਏਗਾ, ਤੇ ਇਕੱਲਾ ਨਹਾਉਣਾ ਨਹੀਂ ਪਏਗਾ, ਤੀਰਥ ਤੇ ਨਹਾ ਕੇ ਦਾਨ ਵੀ ਕਰਨਾ ਪਏਗਾ। ਬੰਦਾ ਤੁਰ ਪਿਆ ਤੀਰਥ ਤੇ ਇਸ਼ਨਾਨ ਕਰਨ, ਇਸ਼ਨਾਨ ਕਰਕੇ ਆਖਦਾ ਹੁਣ ਦਾਨ ਕਿਹਨੂੰ ਕਰਾਂ। ਹੁਣ ਜਿਹਨੇ ਕਿਹਾ ਸੀ ਤੈਨੂੰ ਦਾਨ ਵੀ ਕਰਨਾ ਪਏਗਾ, ਉਹ ਅੱਗੇ ਬੈਠਾ ਹੋਇਆ ਸੀ, ਕਹਿਣ ਲੱਗਾ ਮੈਨੂੰ। ਉਲਝ ਗਿਆ ਬੰਦਾ। ਕਿਸੇ ਨੇ ਕਹਿ ਦਿੱਤਾ ਕਿ ਮਾਲਾ ਫੇਰਨ ਦੇ ਨਾਲ, ਕਿਸੇ ਨੇ ਕਹਿ ਦਿੱਤਾ ਵਰਤ ਰੱਖਣ ਨਾਲ ਸੁਲਝ ਜਾਂਦਾ ਬੰਦਾ, ਕਿਸੇ ਨੇ ਕਹਿ ਦਿੱਤਾ ਕਿ ਅੱਖਾਂ ਮੀਟ ਕੇ ਸਮਾਧੀਆਂ ਲਾਉਣ ਦੇ ਨਾਲ ਰੱਬ ਨੂੰ ਪ੍ਰਾਪਤ ਹੋ ਜਾਂਦਾ ਬੰਦਾ, ਕਿਸੇ ਨੇ ਕਿਹਾ ਸਰੀਰ ਨੂੰ ਕਸ਼ਟ ਦੇ ਨਾਲ। ਗੱਲ ਕੀ, ਬੰਦਾ ਉਲਝਦਾ ਚਲਾ ਗਿਆ, ਉਲਝਦਾ ਚਲਾ ਗਿਆ। ਕਿਸੇ ਨੇ ਕਿਹਾ ਜੰਗਲ 'ਚ ਪ੍ਰਭੂ ਆ, ਕਿਸੇ ਨੇ ਕਿਹਾ ਪਹਾੜ ਵਿੱਚ ਹੈ, ਕਿਸੇ ਨੇ ਕਿਹਾ 7ਵੇਂ ਅਸਮਾਨ, ਕਿਸੇ ਨੇ ਕਿਹਾ 11ਵੇਂ ਅਸਮਾਨ ਵਿੱਚ। ਕੋਈ ਸਵਰਗ ਦੀ ਗੱਲ ਕਰੀ ਜਾਂਦਾ ਹੈ, ਕੋਈ ਬਕੁੰਠ ਦੀ ਕਰੀ ਜਾਂਦਾ ਹੈ, ਕੋਈ ਪਿਸ਼ਤ ਦੀ ਕਰੀ ਜਾਂਦਾ ਹੈ, ਕੋਈ ਕਿਸੇ ਚੀਜ਼ ਦੀ ਕਰੀ ਜਾਂਦਾ ਹੈ। ਉਲਝਦਾ ਚਲਾ ਗਿਆ। ਭਗਤ ਕਬੀਰ ਜੀ ਸੁਲਝਾ ਰਹੇ ਨੇ ਕਿ ਕਿਉਂ ਤੂੰ ਉਲਝ ਰਿਹਾ ਹੈ, ਕਿਉਂ ਇੰਨੇ ਚੱਕਰਾਂ 'ਚ ਪਿਆ, ਕਿਉਂ ਇੰਨੇ ਕਰਮ ਕਾਂਡਾਂ 'ਚ ਪਿਆ, ਆਹ ਤੈਨੂੰ ਸੌਖੀ ਸੁਲਝਾ ਦਿੰਦਾ ਵਾ। ਭਗਤ ਜੀ ਕਿਵੇਂ ਸੁਲਝਾਉਂਦੇ ਨੇ? ਅੱਜ ਦੀ ਜਿਹੜੀ ਵਿਚਾਰ ਹੈ ਉਹ ਨਿਆਂ ਅੱਖਰ ਤੋਂ ਹੈ। ਨਿਆਂ, ਚੱਚਾ ਛੱਛਾ ਜੱਜਾ ਚੱਜਾ, ਨਿਆਂ। ਨਿਆਂ ਇਹਦਾ ਉਚਾਰਨ ਹੈ, ਜਿਵੇਂ ਕੱਕਾ ਖੱਕਾ ਗੱਗਾ ਕੱਗਾ ਗੰਗਾ। ਗੰਗਾ ਅਸੀਂ ਪਿੱਛੇ ਕਰਕੇ ਗਏ ਹਾਂ, ਏਦਾਂ ਹੀ ਨਿਆਂ। ਇਹ ਨਿਆਂ ਅੱਖਰ ਭਗਤ ਜੀ ਦੇ ਬਚਨ, ਨਿਆਂ ਨਿਕਟ ਜੋ ਘਟ ਰਹੇ ਹੋ, ਦੂਰ ਕਹਾਂ ਤਜ ਜਾਏ। ਨਿਆਂ ਨਿੰਜੇ ਅੱਖਰ ਦੇ ਰਾਹੀਂ ਇੱਕ ਉਪਦੇਸ਼ ਦੇ ਰਹੇ ਹਨ, ਨਿਕਟ ਜੋ ਘਟ ਰਹੇ ਹੋ। ਨਿਕਟ ਮੈਨੇ ਜਿਹੜਾ ਨੇੜੇ ਹੈ, ਕਿੰਨਾ ਕੁ ਨੇੜੇ ਹੈ? ਇੰਨਾ ਸੁਲਝਾ ਦਿੱਤਾ
ਭਗਤ ਕਬੀਰ ਜੀ ਨੇ ਕਹਿਣ ਲੱਗੇ ਇੰਨਾ ਨੇੜੇ ਹੈ ਕਿ ਤੇਰੇ ਸਭ ਤੋਂ ਨੇੜੇ ਕੌਣ ਹੈ? ਕਹਿਣ ਲੱਗਾ ਸਭ ਤੋਂ ਨੇੜੇ ਤੇ ਮੈਂ ਹੀ ਆ। ਫਿਰ ਕਹਿਣ ਲੱਗੇ ਫਿਰ ਤੇਰੇ ਅੰਦਰ ਹੀ ਹੈ ਉਹ, ਤੇਰੇ ਹਿਰਦੇ ਵਿੱਚ ਹੀ ਹੈ। ਜੰਗਲਾਂ ਪਹਾੜਾਂ ਦੀ ਦੌੜ ਖਤਮ ਕਰਾ ਦਿੱਤੀ, ਅਸਮਾਨਾਂ ਪਤਾਲਾਂ ਦੀ ਦੌੜ ਖਤਮ ਕਰਾ ਦਿੱਤੀ। ਜੰਆਂ ਨਿਕਟ, ਨੇੜੇ, ਕਿੰਨਾ ਕੁ ਨੇੜੇ ਹੈ? ਜੋ ਘਟ ਰਹੇ ਹੋ ਉਹ ਜਿਹੜਾ ਪ੍ਰਭੂ ਹੈ ਘਟ ਵਿੱਚ ਹੀ ਹੈ, ਹਿਰਦੇ ਦੇ ਵਿੱਚ ਹੀ ਹੈ, ਅੰਦਰ ਹੀ ਹੈ। ਦੂਰ ਕਹਾਂ ਤਜ ਜਾਏ, ਕਹਾਂ ਮੈਨੇ ਕਿੱਥੇ? ਉਸ ਪ੍ਰਭੂ ਨੂੰ ਤੂੰ ਛੱਡ ਕੇ ਦੂਰ ਕਿਉਂ ਜਾ ਰਿਹਾ ਹੈ? ਤਜ ਜਾਏ ਮੈਨੇ ਛੱਡ ਕੇ, ਦੂਰ ਦੂਰ, ਮੈਨੇ ਬਹੁਤ ਦੂਰ, ਕਹਾਂ ਮੈਨੇ ਕਿੱਥੇ? ਕਿੱਥੇ ਦੂਰ ਜਾ ਰਿਹਾ ਹੈ? ਤਜ ਜਾਏ, ਉਸ ਪ੍ਰਭੂ ਨੂੰ ਛੱਡ ਕੇ ਜਿਹੜਾ ਘਟ ਰਿਹਾ ਹੈ, ਜਿਹੜਾ ਹਿਰਦੇ ਦੇ ਵਿੱਚ ਹੈ, ਉਸ ਪ੍ਰਭੂ ਨੂੰ ਛੱਡ ਕੇ ਦੂਰ ਕਿਉਂ ਜਾ ਰਹੇ ਹੈ? ਅੱਜ ਤੱਕ ਧਰਮ ਦੇ ਨਾਂ ਤੇ ਇਹ ਕੁਝ ਸਿਖਾਇਆ ਗਿਆ ਸੀ ਕਿ ਪ੍ਰਭੂ ਦੂਰ ਹੈ, ਬਹੁਤ ਦੂਰ ਹੈ। ਇਹੀ ਕਾਰਨ ਲੋਕਾਂ ਨੇ ਧਰਮ ਦੇ ਨਾਂ ਤੇ ਘਰ-ਬਾਰ ਛੱਡ ਦਿੱਤੇ। ਕੋਈ ਜੰਗਲ ਚਲਾ ਗਿਆ, ਕੋਈ ਪਹਾੜ ਚਲਾ ਗਿਆ, ਕੋਈ ਦੂਸਰੇ ਦੇਸ਼ ਚਲਾ ਗਿਆ, ਕੋਈ ਕਿਤੇ ਹੋਰ। ਦਰ ਘਰ ਮਹਿਲਾਂ, ਹਸਤੀ ਘੋੜੇ ਛੋੜ ਵਿਲਾਇਤ ਦੇਸ਼ ਗਏ। ਫਿਰ ਆਮ ਲੋਕ ਹੀ ਨਹੀਂ, ਵੱਡੇ ਵੱਡੇ ਆਪਣੇ ਆਪ ਨੂੰ ਧਰਮੀ ਖਵਾਉਣ ਵਾਲੇ ਉਹ ਵੀ ਘਰ-ਬਾਰ ਛੱਡ ਗਏ। ਪੀਰ ਪੈਗੰਬਰ ਸਾਲਿਕ ਸਾਦਿਕ ਛੋਡੀ ਦੁਨੀਆ ਥਾਏ ਪਏ। ਆਮ ਬੰਦੇ ਦੀ ਹਾਲਤ ਹੀ ਕੀ ਸੀ? ਜਿਹੜੇ ਵੱਡੇ ਵੱਡੇ ਪੀਰ ਪੈਗੰਬਰ ਸਾਲਕ ਸਾਦਿਕ ਆਦਿਕ ਸਨ ਉਹ ਵੀ ਘਰ-ਬਾਰ ਛੱਡ ਕੇ ਚਲੇ ਗਏ। ਮਹਾਤਮਾ ਬੁੱਧ ਵਰਗੇ, ਮਹਾਂਵੀਰ ਵਰਗੇ, ਜਾਂ ਗੌਤਮ ਬੁੱਧ ਵਰਗੇ, ਜਾਂ ਰਾਜੇ ਭਰਥਰੀ ਵਰਗੇ, ਜਾਂ ਹੋਰ ਅਨੇਕਾਂ, ਉਹ ਘਰ-ਬਾਰ ਛੱਡ ਕੇ ਚਲੇ ਗਏ ਸਨ ਰੱਬ ਦੀ ਖੋਜ ਵਾਸਤੇ। ਛੋੜ ਵਿਲਾਇਤ ਦੇਸ਼ ਗਏ। ਵਿਲਾਇਤ ਦਾ ਮਤਲਬ ਅਸੀਂ ਸੋਚਦੇ ਹਾਂ ਸ਼ਾਇਦ ਇੰਗਲਿਸ਼ ਦਾ ਕੋਈ ਨਾਮ ਹੈ ਇਹ, ਕਿ ਇੰਗਲੈਂਡ ਚਲੇ ਗਏ ਹੋਣਗੇ। ਇਹ ਅਰਬੀ ਦਾ ਸ਼ਬਦ ਹੈ, ਔਰ ਸਾਡੀ ਪੰਜਾਬੀ ਬੋਲੀ ਵਿੱਚ ਹਜ਼ਾਰਾਂ ਸ਼ਬਦ ਅਰਬੀ ਦੇ ਨੇ। ਅਸੀਂ ਸੋਚ ਵੀ ਨਹੀਂ ਸਕਦੇ ਕਿ ਜਿਹੜਾ ਅਸੀਂ ਬੋਲ ਰਹੇ ਹਾਂ ਇਹ ਅਸੀਂ ਅਰਬੀ ਬੋਲ ਰਹੇ ਹਾਂ ਤੇ ਫਾਰਸੀ ਬੋਲ ਰਹੇ ਹਾਂ। ਅਨੇਕਾਂ ਸ਼ਬਦ ਨੇ। ਵਿਲਾਇਤ ਅਰਬੀ ਦਾ ਸ਼ਬਦ ਹੈ ਜਿਹਦਾ ਅਰਥ ਹੈ ਆਪਣਾ ਦੇਸ਼। ਆਪਣਾ ਦੇਸ਼ ਛੱਡ ਕੇ ਚਲੇ ਗਏ, ਆਪਣਾ ਘਰ-ਬਾਰ ਛੱਡ ਕੇ ਤੁਰ ਪਏ ਰੱਬ ਦੀ ਖੋਜ ਵਾਸਤੇ। ਤੇ ਭਗਤ ਜੀ ਨੂੰ ਕਹਿਣਾ ਪੈ ਗਿਆ ਕਿ ਜਿਹੜਾ ਪ੍ਰਭੂ ਨੇੜੇ ਹੈ, ਘਟ ਵਿੱਚ ਹੈ, ਆ ਤੇਰੀ ਉਲਝਣ ਨੂੰ ਸੁਲਝਾ ਦਿਆਂ, ਤੇਰੇ ਝਗੜੇ ਖਤਮ ਕਰ ਦਿਆਂ। ਜੰਆਂ ਨਿਕਟ ਜੋ ਘਟ ਰਹੇ ਹੋ, ਜਿਹੜਾ ਪ੍ਰਭੂ ਨੇੜੇ ਹੈ ਘਟ ਵਿੱਚ ਹੀ ਹੈ। ਦੂਰ ਕਹਾਂ ਤਜ ਜਾਏ, ਉਸ ਪ੍ਰਭੂ ਨੂੰ ਛੱਡ ਕੇ ਦੂਰ ਕਿਉਂ ਜਾ ਰਹੇ ਹੈ? ਉਹ ਤੇ ਨੇੜੇ ਹੈ। ਦੇਖੋ ਕਿੰਨੀ ਵੱਡੀ ਮਨੁੱਖ ਦੀ ਪ੍ਰੋਬਲਮ ਹੈ, ਬੜੀ ਵੱਡੀ ਸਮੱਸਿਆ ਹੈ ਕਿ ਉਹ ਪ੍ਰਭੂ ਦੀ ਖੋਜ ਕਰ ਰਿਹਾ ਇਸ ਦੁਨੀਆ ਵਿੱਚ ਆ ਕੇ, ਤੇ ਨਾਲੇ ਕਹਿ ਰਿਹਾ ਉਹ ਸਾਰਿਆਂ ਵਿੱਚ ਹੈ। ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਿਉ ਪੁਕਾਰ। ਕਹਿ ਤੇ ਜ਼ੁਬਾਨ ਤੋਂ ਇਹੀ ਰਿਹਾ ਵੀ ਘਟ ਘਟ ਮੈਂ ਹਰ ਜੂ ਬਸੈ। ਲੱਭ ਰਿਹਾ ਉਹ ਜੰਗਲਾਂ ਦੇ ਵਿੱਚ, ਰੱਬ ਰਿਹਾ ਉਹ ਪਹਾੜਾਂ ਦੇ ਵਿੱਚ। ਕਹਿ ਰਿਹਾ ਹੈ ਜਲ ਥਲ ਮਹੀਲ ਪੂਰਿਆ, ਰਬਿਆ ਵਿੱਚ ਬਣਾ। ਤੇ ਨਾਲੇ ਘਰ-ਬਾਰ ਛੱਡ ਕੇ ਜੰਗਲ ਜਾ ਰਿਹਾ ਹੈ, ਸਵੇਰ ਤੇ ਸੁਆਹ ਮੱਲ ਕੇ ਭਗਵੇਂ ਕੱਪੜੇ ਪਾ ਕੇ ਜੋ ਪਹਾੜਾਂ 'ਚ ਭਟਕਦਾ ਫਿਰਦਾ ਹੈ। ਜੋਗੀ ਬਣ ਗਿਆ, ਸੰਨਿਆਸੀ ਬਣ ਗਿਆ, ਉਦੋਂ ਅਤੂਤ ਬਣ ਗਿਆ, ਪਰਿਵਾਰ ਛੱਡ ਦਿੱਤਾ, ਵਿਹੰਗਮ ਬਣ ਗਿਆ, ਗ੍ਰਸਤ ਨੂੰ ਤਿਆਗ ਦਿੱਤਾ। ਪੁੱਛੋ ਕਿਉਂ ਜੰਗਲਾਂ ਪਹਾੜਾਂ 'ਚ ਭਟਕਦਾ ਫਿਰਦਾ? ਆਖਦਾ ਵੀ ਰੱਬ ਨੂੰ ਮਿਲਣਾ ਹੈ। ਨਾਲੇ ਕਹਿ ਰਿਹਾ ਵੀ ਰੱਬ ਕਣ ਕਣ ਦੇ ਵਿੱਚ ਹੈ। ਇਹ ਤੇ ਉਸ ਬੱਚੇ ਦੀ ਹਾਲਤ ਹੋਈ। ਕਿਸੇ ਨੇ ਬੱਚੇ ਨੂੰ ਪੁੱਛਿਆ, ਬੱਚੇ ਤੂੰ ਕਿੱਥੋਂ ਆਇਆ? ਉਹ ਕਹਿਣ ਲੱਗਾ ਮੈਂ ਡੈਡੀ ਕੋਲੋਂ ਆਇਆ। ਉਹਨੂੰ ਪੁੱਛਿਆ ਕਿੱਥੇ ਜਾਣਾ ਹੈ? ਕਹਿਣ ਲੱਗਾ ਡੈਡੀ ਕੋਲ ਜਾਣਾ ਹੈ। ਉਹਨੂੰ ਪੁੱਛਿਆ ਵੀ ਇੱਥੇ ਕੀ ਕਰਨਾ ਹੈ? ਕਹਿਣ ਲੱਗਾ ਡੈਡੀ ਨੂੰ ਲੱਭਣ ਆਇਆ। ਇਹ ਸਾਡੀ ਹਾਲਤ ਹੈ। ਸਾਨੂੰ ਪੁੱਛੋ ਕਿੱਥੋਂ ਆਇਆ? ਜੀ ਰੱਬ ਕੋਲੋਂ ਆਇਆ ਸੀ। ਜਾਣਾ ਕਿੱਥੇ? ਰੱਬ 'ਚ ਹੀ ਸਮਾ ਜਾਣਾ, ਉਹਦੇ ਕੋਲ ਚਲ ਜਾਣਾ ਵਾਪਸ। ਕਰਨ ਕੀ ਆਇਆ? ਜੀ ਰੱਬ ਨੂੰ ਲੱਭਣ ਆਇਆ। ਸਾਡੀ ਤੇ ਉਸ ਬੱਚੇ ਦੀ ਬਚਕਾਨੀ ਹਾਲਤ ਦੇ ਵਿੱਚ ਕੋਈ ਫਰਕ ਨਹੀਂ ਹੈ, ਇਨ ਬਿਨ ਨਹੀਂ ਹੈ। ਰੱਬ ਕੋਲੋਂ ਆਇਆ, ਰੱਬ ਕੋਲ ਹੀ ਜਾਣਾ ਤੇ ਰੱਬ ਨੂੰ ਹੀ ਲੱਭਦੇ ਫਿਰਦੇ ਹਾਂ। ਕਹਿ ਰਹੇ ਹਾਂ ਕਿ ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਿਉ ਪੁਕਾਰ। ਕਹਿ ਤੇ ਰਹੇ ਹਾਂ ਉਹ ਕਣ ਕਣ ਦੇ ਵਿੱਚ ਹੈ, ਹਰ ਥਾਂ ਤੇ ਹੈ। ਇਹਾਂ ਤੋਂ ਜਾਈਏ ਜੋ ਉਹਾਂ ਤੋਂ ਜਾਈਏ ਜੋ ਇਹਾਂ ਨਾ ਹੋਏ। ਉੱਥੇ ਤੇ ਮੈਂ ਤਾਂ ਜਾਵਾਂ ਜੇ ਇੱਥੇ ਨਾ ਹੋਵੇ। ਤੇ ਨਾਲੇ ਪੁੱਛੋ ਕੀ ਕਰ ਰਹੇ ਆ? ਰੱਬ ਨੂੰ ਲੱਭ ਰਹੇ ਹਾਂ। ਬੜੀ ਹੈਰਾਨੀਜਨਕ ਗੱਲ ਹੈ ਇਹ। ਪ੍ਰਭੂ ਤੁਸੀਂ ਦੂਰ ਜਾ ਰਹੇ ਹਾਂ। ਜੰਆਂ ਨਿਕਟ ਜੋ ਘਟ ਰਹੇ ਹੋ, ਜਿਹੜਾ ਨੇੜੇ ਹੈ, ਹਿਰਦੇ ਵਿੱਚ ਹੀ ਹੈ। ਤੇ ਭਗਤ ਜੀ ਆਖਦੇ ਨੇ ਦੂਰ ਕਹਾਂ ਤਜ ਜਾਏ, ਤੂੰ ਉਸ ਪ੍ਰਭੂ ਨੂੰ ਛੱਡ ਕੇ ਦੂਰ ਕਿੱਥੇ ਜਾ ਰਹੇ ਹੈ? ਹੁਣ ਦੂਰ ਅਸੀਂ ਕਿੱਥੇ ਜਾ ਰਹੇ ਹਾਂ?
ਪ੍ਰਭੂ ਨਾਲੋਂ ਵਿਛੜ ਕੇ ਅਸੀਂ ਕਿੱਥੇ ਦੂਰ ਜਾ ਰਹੇ ਹਾਂ? ਅਸਲ 'ਚ ਪ੍ਰਭੂ ਨਾਲੋਂ ਦੂਰ ਹੋ ਕੇ ਅਸੀਂ ਔਗਣਾਂ ਵੱਲ ਜਾ ਰਹੇ ਹਾਂ। ਦੂਰ ਕੌਣ ਜਾ ਰਿਹਾ? ਸਾਡੀ ਸੋਚ। ਸਾਡੀ ਸੋਚ ਦੂਰ ਜਾ ਰਹੀ ਹੈ। ਕਿਹਦੇ ਕੋਲੋਂ ਟੁੱਟ ਕੇ ਜਾ ਰਹੀ ਹੈ? ਸੱਚ ਕੋਲੋਂ ਟੁੱਟ ਕੇ। ਸਾਡੀ ਸੋਚ ਸੱਚ ਨਾਲੋਂ ਟੁੱਟ ਕੇ ਦੂਰ ਜਾ ਰਹੀ ਹੈ। ਪ੍ਰਭੂ ਤੇ ਸਾਡੇ ਅੰਦਰ ਹੀ ਸੀ ਨਾ, ਗੁਣਾਂ ਦੇ ਰੂਪ ਵਿੱਚ। ਤੇ ਅਸੀਂ ਰੋਜ਼ ਪੜ੍ਹਦੇ ਹਾਂ ਕਿ ਸਾਡੇ ਅੰਦਰ ਹੀ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਨਹੀਂ ਬਿਨ ਨਹੀਂ ਕੋਈ। ਪਰ ਅਸੀਂ ਉਹਨਾਂ ਗੁਣਾਂ ਨੂੰ ਛੱਡ ਕੇ ਦੂਰ ਜਾ ਰਹੇ ਹਾਂ, ਸੱਚ ਨੂੰ ਛੱਡ ਕੇ ਝੂਠ ਵੱਲ ਜਾ ਰਹੇ ਹਾਂ ਅਸੀਂ। ਇਹ ਹੈ ਦੂਰ ਕਹਾਂ ਤੱਕ ਜਾਏ। ਜਿਹੜਾ ਪ੍ਰਭੂ ਤੇਰੇ ਨਾਲ ਇਹਨੂੰ ਛੱਡ ਕੇ ਦੂਰ ਕਿਉਂ ਜਾ ਰਿਹਾ ਹੈ? ਜਿਹੜਾ ਸੱਚ ਤੇਰੇ ਅੰਦਰ ਹਿਰਦੇ ਵਿੱਚ ਹੈ, ਉਹਨੂੰ ਛੱਡ ਕੇ ਤੂੰ ਝੂਠ ਵੱਲ ਕਿਉਂ ਜਾ ਰਿਹਾ ਹੈ? ਪ੍ਰੇਮ ਤੇਰੇ ਅੰਦਰ ਹੈ, ਉਸ ਪ੍ਰੇਮ ਨੂੰ ਛੱਡ ਕੇ ਤੂੰ ਈਰਖਾ ਵੱਲ ਕਿਉਂ ਜਾ ਰਿਹਾ ਹੈ? ਸੱਚਮੁੱਚ ਅਸੀਂ ਪ੍ਰੇਮ ਨੂੰ ਛੱਡ ਕੇ ਈਰਖਾ ਵੱਲ ਜਾ ਰਹੇ ਹਾਂ। ਸਬਰ ਸੰਤੋਖ ਨੂੰ ਛੱਡ ਕੇ ਅਸੀਂ ਲਾਲਚ ਵੱਲ ਕਦਮ ਵਧਾ ਰਹੇ ਹਾਂ ਆਪਣੇ। ਕਹਿ ਰਹੇ ਹਾਂ ਰੱਬ ਅੰਦਰ ਹੈ, ਪਰ ਰੱਬ ਨੂੰ ਛੱਡ ਕੇ ਅਸੀਂ ਜਾਤਾਂ ਪਾਤਾਂ ਵੱਲ ਜਾ ਰਹੇ ਹਾਂ। ਇਹ ਊਚ ਹੈ, ਨੀਚ ਹੈ, ਇਹ ਪਵਿੱਤਰ ਹੈ, ਝੂਠਾ ਹੈ। ਕਹਿ ਤੇ ਰਹੇ ਹਾਂ ਜਾਣੋ ਜੋਤ, ਨਾ ਪੁੱਛੋ ਜਾਤੀ, ਅੱਗੇ ਜਾਤ ਨਾ ਹੈ। ਕਹਿ ਤੇ ਇਹ ਰਹੇ ਹਾਂ ਵੀ ਸਾਰਿਆਂ 'ਚ ਰੱਬ ਦੀ ਜੋਤ ਹੈ, ਜਾਤਾਂ ਨਾ ਪੁੱਛੋ ਜੋਤ ਦੇਖੋ। ਪਰ ਉਹਨੂੰ ਛੱਡ ਕੇ ਅਸੀਂ ਜਾਤਾਂ ਵੱਲ ਜਾ ਰਹੇ ਹਾਂ। ਆਪਣੇ ਨਾਵਾਂ ਨਾਲ ਜਾਤਾਂ ਲਾਈਆਂ ਨੇ, ਆਪਣੇ ਨਾਵਾਂ ਨਾਲ ਗੋਤਾਂ ਲਾਈਆਂ ਹੋਈਆਂ ਨੇ। ਮਨੂ ਰਿਸ਼ੀ ਨੇ ਮਨੁੱਖਤਾ ਨੂੰ ਜਾਤਾਂ ਪਾਤਾਂ 'ਚ ਵੰਡਿਆ ਸੀ। ਅੱਜ ਅਸੀਂ ਉਸੇ ਦੇ ਰੂਲਸ ਫੋਲੋ ਕਰ ਰਹੇ ਹਾਂ। ਅਸੀਂ ਉਹਨੂੰ ਆਪਣਾ ਗੁਰੂ ਮੰਨਿਆ ਹੋਇਆ ਹੈ। ਮੱਥਾ ਗੁਰੂ ਗ੍ਰੰਥ ਸਾਹਿਬ ਨੂੰ ਟੇਕਦੇ ਹਾਂ, ਹੁਕਮ ਅਸੀਂ ਮਨੂ ਰਿਸ਼ੀ ਦਾ ਮੰਨ ਰਹੇ ਹਾਂ। ਗੁਰੂ ਜੀ ਤੇ ਕਹਿੰਦੇ ਨੇ ਜਾਣੋ ਜੋਤ ਨਾ ਪੁੱਛੋ ਜਾਤੀ, ਪਰ ਰਿਸ਼ੀ ਮਨੂ ਦੀ ਅਸੀਂ ਗੱਲ ਮੰਨ ਰਹੇ ਹਾਂ, ਜਿਹਨੇ ਮਨੁੱਖਤਾ ਨੂੰ ਕਈਆਂ ਟੁਕੜਿਆਂ 'ਚ ਵੰਡ ਦਿੱਤਾ ਸੀ। ਦੂਰ ਹੀ ਜਾ ਰਹੇ ਹਾਂ ਨਾ ਆਪਣੇ ਗੁਰੂ ਨੂੰ ਛੱਡ ਕੇ, ਸੱਚ ਨੂੰ ਛੱਡ ਕੇ ਝੂਠ ਵੱਲ ਜਾ ਰਹੇ ਹਾਂ। ਜਿਹੜਾ ਪ੍ਰਭੂ ਇੱਕ ਹੈ, ਇੱਕ ਓਂਕਾਰ, ਉਹਨੂੰ ਛੱਡ ਕੇ ਜਾਤਾਂ ਪਾਤਾਂ ਦੇ ਟੁਕੜਿਆਂ 'ਚ ਵੰਡੇ ਹੋਏ ਮਨੁੱਖਤਾ ਵੱਲ ਜਾ ਰਹੇ ਹਾਂ ਅਸੀਂ। ਹੈ ਉਹ ਇੱਕ ਸੀ ਜਿਹੜਾ ਅਨੇਕਤਾ 'ਚ ਸਮਾਇਆ ਹੋਇਆ ਸੀ। ਅਸੀਂ ਰੱਬੀ ਗੁਣਾਂ ਨੂੰ ਛੱਡ ਕੇ ਔਗਣਾਂ ਵੱਲ ਜਾ ਰਹੇ ਹਾਂ। ਸੁੱਖ ਨੂੰ ਛੱਡ ਕੇ ਦੁੱਖ ਵੱਲ ਜਾ ਰਹੇ ਹਾਂ। ਸੁੱਖ ਤੇ ਅੰਦਰ ਹੈ, ਸ਼ਾਂਤੀ ਤੇ ਅੰਦਰ ਹੈ। ਬੰਦਾ ਜਿਹੜਾ ਦੁੱਖ ਵੱਲ ਜਾ ਰਿਹਾ ਹੈ। ਬੰਦਾ ਹੱਸ ਸਕਦਾ ਹੈ, ਮੁਸਕਰਾ ਸਕਦਾ ਹੈ, ਖੁਸ਼ ਰਹਿ ਸਕਦਾ ਹੈ, ਪਰ ਖੁਸ਼ੀ ਨੂੰ ਛੱਡ ਕੇ ਮੱਥੇ ਤੇ ਤੂੜੀਆਂ ਵੱਟ ਕੇ ਬੈਠਾ ਹੋਇਆ ਹੈ। ਹੰਕਾਰ ਵੱਲ ਜਾ ਰਿਹਾ ਹੈ। ਬੜਾ ਰਿਲੈਕਸ ਹੋ ਸਕਦਾ ਸੀ, ਪਰ ਬੜਾ ਆਕੜਿਆ ਫਿਰਦਾ ਹੈ। ਨਿਮਰਤਾ ਵਿੱਚ ਰਹਿ ਸਕਦਾ ਸੀ, ਹੰਕਾਰ 'ਚ ਆਫਰਿਆ ਹੋਇਆ ਹੈ। ਤੇ ਵੀਰ ਜਿਹੜਾ ਪ੍ਰਭੂ ਤੇਰੇ ਨੇੜੇ ਹੈ, ਹਿਰਦੇ ਵਿੱਚ ਹੈ, ਉਹਨੂੰ ਛੱਡ ਕੇ ਦੂਰ ਕਿਉਂ ਜਾ ਰਹੇ ਹੈ? ਕਿੱਥੇ ਜਾ ਰਹੇ ਹੈ? ਅਗਲੇ ਵਚਨ, ਜਾ ਕਾਰਨ ਜਗ ਢੂੰਡਿਓ, ਨੇਰੋ ਪਾਇਓ ਤਾਹੀਂ। ਜਾ ਮੈਨੇ ਜਿਸ ਕਾਰਨ, ਜਿਸ ਪ੍ਰਭੂ ਦੇ ਮਿਲਣ ਦੇ ਕਾਰਨ, ਜਿਸ ਪ੍ਰਭੂ ਦੀ ਖਾਤਰ ਜਗ ਢੂੰਡਿਓ। ਜਾ ਮੈਨੇ ਜਿਸ, ਇਹ ਯਾਦ ਰੱਖਿਓ, ਜਿੱਥੇ ਤੇ ਯੋਜਕ ਆ ਜਾਂਦਾ ਹੈ, ਕੰਜੰਕਸ਼ਨ, ਜਾਂ, ਉੱਥੇ ਤੇ ਬਿੰਦੀ ਨਾਲ ਬੋਲਿਆ ਜਾਏਗਾ। ਜਾਂ, ਤਾਂ, ਇਹ ਬਿੰਦੀ ਨਾਲ ਆਣਗੇ। ਜਿੱਥੇ ਯੋਜਕ ਆਣਗੇ, ਜਿੱਥੇ ਦੋ ਵਾਕਾਂ ਨੂੰ ਜੋੜਨਗੇ। ਜਾਂ ਮੈਂ ਸਕੂਲ ਜਾਵਾਂਗਾ, ਜਾਂ ਮੈਂ ਗੁਰਦੁਆਰੇ ਜਾਵਾਂਗਾ। ਤਾਂ ਵੀ ਇਸ ਤਰ੍ਹਾਂ। ਪਰ ਜਿੱਥੇ ਇਹ ਪੜਨਾਉਣ ਵਾਸਤੇ ਆਣ, ਜਿਸ, ਤਿਸ, ਕਿਸ, ਇਸ, ਉਸ ਵਾਸਤੇ, ਉੱਥੇ ਜਾ, ਤਾ, ਕਾ, ਵਾ, ਵਾ ਮੈਨੇ ਉਸ, ਕਾ ਮੈਨੇ ਕਿਸ, ਜਾ ਮੈਨੇ ਜਿਸ, ਤਾ ਮੈਨੇ ਤਿਸ। ਇੱਥੇ ਜਾ ਕਾਰਨ ਮੈਨੇ ਜਿਸ ਕਾਰਨ, ਜਿਸ ਰੱਬ ਦੇ ਮਿਲਣ ਦੇ ਕਾਰਨ, ਜਿਸ ਪ੍ਰਭੂ ਦੇ ਕਾਰਨ ਜਗ ਢੂੰਡਿਓ। ਜਗਤ ਨੂੰ ਲੱਭਿਆ, ਜਗਤ ਦੀ ਖੋਜ ਕੀਤੀ। ਜਾ ਕਾਰਨ ਜਗ ਢੂੰਡਿਓ। ਜਿਸ ਪ੍ਰਭੂ ਦੇ ਮਿਲਣ ਦੀ ਖਾਤਰ ਜਗਤ ਖੋਜਦਾ ਫਿਰਦਾ ਹੈ। ਸਾਰਾ ਸੰਸਾਰ ਢੂੰਡ ਮਾਰਿਆ, ਛਾਣ ਮਾਰਿਆ, ਜੰਗਲਾਂ ਨੂੰ ਛਾਣ ਦਿੱਤਾ, ਪਹਾੜਾਂ ਨੂੰ ਛਾਣ ਮਾਰਿਆ, ਸਮੁੰਦਰਾਂ ਨੂੰ ਛਾਣ ਮਾਰਿਆ, ਰੇਗਿਸਤਾਨ ਦੀ ਰੇਤ ਤੱਕ ਨੂੰ ਛਾਣ ਮਾਰਿਆ, ਦੁਨੀਆ ਛਾਣ ਮਾਰੀ। ਦੁਨੀਆ ਭਰ ਦੇ ਕਰਮ ਕਾਂਡ ਕਰ ਲਏ, ਜਿਹਨੂੰ ਪੂਰੀ ਦੁਨੀਆ 'ਚ ਲੱਭਦੇ ਫਿਰਦੇ ਸੀ। ਗੁਰੂ ਜੀ ਨੇ ਬੜਾ ਪਿਆਰਾ ਸਮਝਾ ਦਿੱਤਾ ਸਾਨੂੰ, ਬੜਾ ਸੌਖਾ ਸਮਝਾ ਦਿੱਤਾ ਕਿ ਜਿਹਨੂੰ ਤੂੰ ਪੂਰੀ ਦੁਨੀਆ 'ਚ ਲੱਭਦਾ ਫਿਰਦਾ ਹੈ, ਕੇਵਲ ਜੰਗਲ ਪਹਾੜ ਨਹੀਂ, ਧਰਮ ਸਥਾਨਾਂ ਤੇ ਖੋਜ ਰਿਹਾ। ਆਹ ਧਰਮ ਸਥਾਨ ਰੱਬ ਦਾ ਹੈ ਬਸ। ਇਹਦਾ ਮਤਲਬ ਰੱਬ ਉਸ ਧਰਮ ਸਥਾਨ 'ਚ ਹੈ, ਬਾਹਰ ਕਿਤੇ ਨਹੀਂ ਹੈ। ਅੱਲਾ ਏਕ ਮਸੀਤ ਬਸਤ ਹੈ, ਅਵਰ ਮੁਲਕ ਕਿਸ ਕੇਰਾ। ਹਿੰਦੂ ਮੂਰਤ ਨਾਮ ਨਿਵਾਸੀ, ਕਿਸੇ ਨੇ ਮੂਰਤੀ 'ਚੋਂ ਲੱਭਿਆ ਰੱਬ ਨੂੰ, ਕਿਸੇ ਨੇ ਮਸੀਤ 'ਚੋਂ। ਹਿੰਦੂ ਮੂਰਤ ਨਾਮ ਨਿਵਾਸੀ, ਦੋਹਾਂ ਮੇਂ ਤਤ ਨਾ ਹੇਰਾ। ਦੋਨਾਂ ਨੂੰ ਅਸਲੀਅਤ ਨਹੀਂ ਪਤਾ ਲੱਗੀ। ਕਿਸੇ ਨੇ ਕਿਹਾ ਦੱਖਣ ਦੇਸ਼ ਹਰੀ ਕਾ ਵਾਸਾ, ਕਿਸੇ ਨੇ ਕਹਿ ਦਿੱਤਾ ਪੱਛਮ ਅੱਲਾ ਮੁਕਾਮਾ।
ਜਾ ਕਾਰਨ ਜਗ ਢੂੰਡਿਓ, ਜਿਸ ਰੱਬ ਦੇ ਮਿਲਣ ਦੀ ਖਾਤਰ ਪੂਰਾ ਜਗਤ ਢੂੰਡਿਆ, ਕੋਈ ਪੱਛਮ ਵੱਲ ਘੁੰਮਿਆ, ਕੋਈ ਦੱਖਣ ਵੱਲ ਘੁੰਮਿਆ। ਕਿਸੇ ਨੇ ਕਹਿ ਦਿੱਤਾ ਪੱਛਮ, ਕਿਸੇ ਨੇ ਕਹਿ ਦਿੱਤਾ ਦੱਖਣ। ਦੱਖਣ ਦੇਸ਼ ਹਰੀ ਕਾ ਵਾਸਾ, ਪੱਛਮ ਅੱਲਾਹ ਮੁਕਾਮਾ। ਗੁਰੂ ਜੀ ਨੇ ਬੜਾ ਸੌਖਾ ਤਰੀਕਾ ਦੱਸ ਦਿੱਤਾ, ਦਿਲ ਮੈਂ ਖੋਜ, ਦਿਲੇ ਦਿਲ ਖੋਜੋ, ਇਹੀ ਠੋਰ ਮੁਕਾਮਾ। ਆਪਣੇ ਦਿਲ 'ਚ ਹੀ ਖੋਜ, ਸਾਰਿਆਂ ਦਿਲਾਂ ਦੇ ਵਿੱਚੋਂ ਖੋਜ, ਹਰ ਦਿਲ ਦੇ ਵਿੱਚ ਉਹੀ ਪ੍ਰਭੂ ਦਾ ਮੁਕਾਮ ਹੈ, ਉਸੇ ਪ੍ਰਭੂ ਦਾ ਠੌਰ ਹੈ, ਟਿਕਾਣਾ ਹੈ। ਜਾ ਕਾਰਨ ਜਗ ਢੂੰਡਿਓ, ਨੇਰੋ ਪਾਇਓ ਤਾਹੇ, ਜਿਸ ਪ੍ਰਭੂ ਨੂੰ ਖੋਜਣ ਲਈ ਜਗਤ ਛਾਣ ਮਾਰਿਆ, ਉਹ ਨੇੜੇ ਹੀ ਮਿਲ ਗਿਆ, ਉਸ ਪ੍ਰਭੂ ਨੂੰ ਨੇੜੇ ਹੀ ਪ੍ਰਾਪਤ ਕਰ ਲਿਆ, ਅੰਦਰ ਹੀ ਪਾ ਲਿਆ। ਹੋਂ ਢੁੰਡੇਂਦੀ ਸੱਜਣਾ, ਸੱਜਣ ਮੈਂਡੇ ਨਾਲ, ਸੱਜਣ ਨੂੰ ਢੂੰਡਦੀ ਫਿਰਦੀ ਸਾਂ, ਸੱਜਣ ਨੂੰ ਲੱਭਦੀ ਫਿਰਦੀ ਸਾਂ, ਕਿਤੋਂ ਉਹ ਸੱਜਣ ਲੱਭ ਜਾਏ। ਹੋਂ ਢੁੰਡੇਂਦੀ ਸੱਜਣਾ, ਸੱਜਣ ਮੈਂਡੇ ਨਾਲ, ਉਹ ਸੱਜਣ ਤੇ ਮੇਰੇ ਨਾਲ ਹੀ ਸੀ। ਜਾਂ ਨਾਨਕ ਅਲਖ ਨਾ ਲਖੀ ਹੈ, ਗੁਰਮੁਖ ਦੇ ਦਿਖਾਲ, ਮੇਰੇ ਗੁਰੂ ਜੀ ਨੇ ਦਿਖਾ ਦਿੱਤਾ ਜਿੱਦਣ ਮੈਂ ਗੁਰੂ ਵਾਲਾ ਹੋ ਗਿਆ। ਜੇ ਸੱਜਣ ਨੂੰ ਲੱਭਦੀ ਫਿਰਦੀ ਸੀ, ਹੈਰਾਨੀ ਦੀ ਗੱਲ, ਜਿਹਨੂੰ ਮੈਂ ਬਾਹਰ ਲੱਭਿਆ, ਦੂਰ ਦੂਰ ਤੱਕ ਲੱਭਿਆ, ਦੇਸ਼ਾਂ ਵਿਦੇਸ਼ਾਂ 'ਚ ਲੱਭਿਆ, ਪੱਛਮ ਦੇ ਵਿੱਚ, ਦੱਖਣ 'ਚ ਲੱਭਿਆ, ਧਾਰਮਿਕ ਸਥਾਨਾਂ ਤੇ ਜਾ ਕੇ ਲੱਭਿਆ, ਦਿਸਦਾ ਨਹੀਂ ਸੀ। ਜਿੱਦਣ ਗੁਰੂ ਦੀ ਸ਼ਰਨ ਵਿੱਚ ਮੈਂ ਆ ਗਈ, ਜਿੱਦਣ ਗੁਰੂ ਦਾ ਗਿਆਨ ਮੈਨੂੰ ਪ੍ਰਾਪਤ ਹੋ ਗਿਆ, ਜਿਸ ਦਿਨ ਗੁਰੂ ਮੈਨੂੰ ਕਾਮਨ ਸੈਂਸ ਦੇ ਦਿੱਤੀ, ਮੈਂ ਉਹਦਾ ਹੀ ਰੂਪ ਹੋ ਗਿਆ। ਹੋਂ ਢੁੰਡੇਂਦੀ ਸੱਜਣਾ, ਸੱਜਣ ਮੈਂਡੇ ਨਾਲ, ਜਾਂ ਨਾਨਕ ਅਲਖ ਨਾ ਲਖੀ ਹੈ, ਗੁਰਮੁਖ ਦੇ ਦਿਖਾਲ। ਔਰ ਜਦੋਂ ਦਿਖਾਇਆ, ਉਹਨੇ ਅੰਦਰ ਹੀ ਦਿਖਾ ਦਿੱਤਾ, ਮੇਰੇ ਅੰਦਰ ਹੀ ਦਿਖਾ ਦਿੱਤਾ। ਇੱਕ ਕਾਮਨ ਸੈਂਸ ਦੇ ਦਿੱਤੀ, ਇੱਕ ਸਮਝ ਦੇ ਦਿੱਤੀ ਕਿ ਉਹ ਤੇਰੇ ਅੰਦਰ ਹੀ ਹੈ, ਤੂੰ ਉਹਦਾ ਰੂਪ ਹੀ ਤੇ ਹੈ। ਕਬੀਰ ਜਾਕੋ ਖੋਜਤੇ, ਜਿਸ ਪ੍ਰਭੂ ਨੂੰ ਖੋਜਦੇ ਫਿਰਦੇ ਸਾਂ, ਪਾਇਓ ਸੋਈ ਠੋਰ, ਸੋਈ ਫਿਰ ਕਹਿ ਤੂੰ ਭਇਆ। ਜਾਕੋ ਕਹਤਾ ਹੋਰ, ਤੂੰ ਉਹੀ ਰੱਬ ਹੋ ਗਿਆ ਜਿਹਨੂੰ ਤੂੰ ਹੋਰ ਕਹਿੰਦਾ ਫਿਰਦਾ ਸੀ। ਮੈਂ ਹੋਰ ਹਾਂ ਤੇ ਰੱਬ ਹੋਰ ਹੈ। ਜਿਹਨੂੰ ਰੱਬ ਨੂੰ ਹੋਰ ਕਹਿੰਦਾ ਸੀ ਨਾ, ਉਹ ਹੋਰ ਹੈ, ਮੇਰੇ ਤੋਂ ਵੱਖਰਾ ਹੈ। ਮੈਂ ਉਸੇ ਦਾ ਹੀ ਰੂਪ ਹੋ ਗਿਆ, ਮੇਰੇ ਤੇ ਉਹਦੇ ਚ ਤਾਂ ਫਰਕ ਹੀ ਕੋਈ ਨਹੀਂ ਰਿਹਾ। ਜਿਹਨੂੰ ਬਾਹਰ ਖੋਜਦਾ ਫਿਰਦਾ ਸੀ, ਜਦੋਂ ਅੰਦਰੋਂ ਖੋਜ ਲਿਆ, ਮੈਂ ਹੀ ਉਸੇ ਦਾ ਰੂਪ ਹੋ ਗਿਆ, ਮੈਂ ਉਹ ਰੱਬ ਹੀ ਤੇ ਹਾਂ, ਉਸੇ ਰੱਬ ਦਾ ਹੀ ਤੇ ਅੰਸ਼ ਹਾਂ ਮੈਂ। ਕਹੋ ਕਬੀਰ ਇਹ ਰਾਮ ਕੀ ਅੰਸ਼। ਕਬੀਰ ਜਾਕੋ ਖੋਜਤੇ ਪਾਇਓ ਸੋਈ ਠੌਰ, ਸੋਈ ਫਿਰ ਕਹਿ ਤੂੰ ਭਇਆ। ਉਹੀ ਰੱਬ ਹੁਣ ਤੂੰ ਹੋ ਗਿਆ, ਸੋਈ ਫਿਰ ਕਹਿ ਤੂੰ ਭਇਆ। ਜਾਕੋ ਕਹਿਤਾ ਔਰ, ਜਿਹਨੂੰ ਕਹਿੰਦਾ ਸੀ ਹੋਰ ਹੈ ਕੋਈ ਰੱਬ, ਮੈਂ ਤੇ ਵੱਖਰਾ, ਮੈਂ ਉਹੀ ਰੱਬ ਮੈਂ ਹੋ ਗਿਆ ਹੁਣ। ਜਿਹਨੂੰ ਲੱਭਦਾ ਫਿਰਦਾ ਸੀ, ਉਹ ਜਗ੍ਹਾ ਲੱਭ ਗਈ। ਉਹ ਜਗ੍ਹਾ ਕਿੱਥੋਂ ਲੱਭੀ? ਮੈਂ ਆਪ ਹੀ ਤੇ ਸਾਂ। ਉਹ ਇਹੀ ਜਗ੍ਹਾ ਸੀ, ਅੰਦਰ ਹੀ ਸੀ ਮੇਰੇ। ਬੂੰਦ ਸਾਗਰ ਨੂੰ ਲੱਭਦੀ ਫਿਰਦੀ ਸੀ, ਹੈ ਸਾਗਰ ਦੇ ਵਿੱਚ ਹੀ ਸੀ। ਸਾਗਰ ਦੀ ਬੂੰਦ ਸਾਗਰ ਨੂੰ ਲੱਭ ਰਹੀ ਸੀ, ਤੇ ਕਿਸੇ ਨੇ ਕਹਿ ਦਿੱਤਾ ਬੂੰਦ ਤੂੰ ਸਾਗਰ ਦਾ ਹੀ ਤੇ ਹਿੱਸਾ ਹੈ, ਤੂੰ ਹੀ ਤੇ ਸਮੁੰਦਰ ਹੈ, ਤੂੰ ਸਮੁੰਦਰ ਨੂੰ ਲੱਭ ਰਹੀ ਹੈ, ਉਸੇ ਦਾ ਤੂੰ ਇੱਕ ਅੰਸ਼ ਹੈ, ਇੱਕ ਹਿੱਸਾ ਹੈ। ਸੋਨੇ ਦਾ ਕੜਾ ਰਿੜੀ ਜਾਏ, ਰਿੜੀ ਜਾਏ, ਰਿੜੀ ਜਾਏ। ਕਿਸੇ ਸਿਆਣੇ ਨੇ ਪੁੱਛ ਲਿਆ, ਸੋਨੇ ਦੇ ਕੜੇ ਨੂੰ ਕਿੱਧਰ ਜਾ ਰਿਹਾ ਤੂੰ, ਕਿੱਧਰ ਰਿੜਦਾ ਜਾ ਰਹੇ ਹੈ? ਉਹ ਸੋਨੇ ਦਾ ਕੜਾ ਕਹਿਣ ਲੱਗਾ ਵੀ ਮੈਂ ਤੇ ਜੀ ਸੋਨਾ ਲੱਭਣ ਚੱਲਿਆ ਵਾਂ। ਉਸ ਆਦਮੀ ਨੇ ਕਿਹਾ, ਉਸ ਕੜਿਆ ਤੂੰ ਆਪ ਹੀ ਤੇ ਸੋਨਾ ਹੈ, ਤੂੰ ਕਹਿੰਦਾ ਮੈਂ ਸੋਨੇ ਲੱਭਣ ਚੱਲਿਆ, ਤੂੰ ਖੁਦ ਸੋਨਾ ਹੀ ਹੈ। ਜੋ ਉਸ ਭਲੇ ਬੰਦੇ ਨੇ ਕਿਹਾ ਨਾ ਤੂੰ ਸੋਨਾ ਹੀ ਹੈ, ਯਾਦ ਆ ਗਈ, ਗੁਰੂ ਨੇ ਵੀ ਕਹਿ ਦਿੱਤਾ ਸੀ ਜੀਵ ਤੂੰ ਰੱਬ ਹੀ ਹੈ, ਕਿੱਧਰ ਰੱਬ ਲੱਭਣ ਤੁਰਿਆ ਫਿਰਦਾ ਹੈ, ਤੂੰ ਰੱਬ ਹੀ ਹੈ। ਜਾਂ ਨਾਨਕ ਅਲਖ ਨਾ ਲਖੀ ਹੈ, ਗੁਰਮੁਖ ਦੇ ਦਿਖਾਲ। ਜਿੱਦਣ ਗੁਰੂ ਵਾਲਾ ਬਣਿਆ, ਵਸਤ ਅਨੂਪ ਅਤ ਅਗੰਮ ਅਗੋਚਰ, ਗੁਰ ਪੂਰਾ ਅਲਖ ਲਿਖਾਏ। ਪੂਰੇ ਗੁਰੂ ਨੇ ਕਹਿ ਦਿੱਤਾ ਤੂੰ ਉਹ ਰੱਬ ਹੀ ਤੇ ਹੈ, ਕਿੱਧਰ ਖੋਜ ਰਿਹਾ ਤੂੰ, ਕਿਉਂ ਖੋਜਦਾ? ਕਾਹੇ ਰੇ ਬਨ ਖੋਜਨ ਜਾਈ, ਕਿਉਂ ਖੋਜਦਾ ਫਿਰਦਾ? ਸਰਬ ਨਿਵਾਸੀ ਸਦਾ ਅਲੇਪਾ, ਤੋ ਹੀ ਸੰਗ ਸਮਾਈ, ਉਹ ਤੇਰੇ ਅੰਦਰ ਹੀ ਤੇ ਹੈ। ਸ਼ੀਸ਼ਾ ਦੇਖ ਲਿਆ ਆਪਣਾ, ਬਹੁਤ ਵੱਧ ਜੋ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ। ਮੁਕਰ ਕਹਿੰਦੇ ਨੇ ਸ਼ੀਸ਼ੇ ਨੂੰ, ਜਿਵੇਂ ਫੁੱਲ ਵਿੱਚ ਸੁਗੰਧੀ ਹੈ, ਸ਼ੀਸ਼ੇ 'ਚ ਸਾਡਾ ਪ੍ਰਤੀਬਿੰਬ ਹੈ, ਤੈਸੇ ਹੀ ਹਰ ਬਸੇ ਨਿਰੰਤਰ, ਘਾਟੀ ਖੋਜੋ ਪਾਈ, ਅੰਦਰ ਹੀ ਤੇ ਹੈ। ਗੁਰੂ ਨੇ ਭੁਲੇਖਾ ਦੂਰ ਕਰ ਦਿੱਤਾ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮੂਲ ਮੈਨੇ ਅਸਲੀਅਤ, ਆਪਣੀ ਅਸਲੀਅਤ ਦੇਖ, ਤੂੰ ਰੱਬ ਦਾ ਰੂਪ ਹੀ ਹੈ। ਮਨ ਹਰਜੀ ਤੇਰੇ ਨਾਲ ਹੈ, ਗੁਰਮਤਿ ਰੰਗ ਮਾਣ। ਜਾ ਕਾਰਨ ਜਗ ਢੂੰਡਿਓ, ਜਿਸ ਪ੍ਰਭੂ ਨੂੰ ਲੱਭਣ ਦੀ ਖਾਤਰ ਜਗਤ ਖੋਜ ਮਾਰਿਆ, ਛਾਣ ਦਿੱਤਾ ਸੰਸਾਰ,
नेरो पायो ताहे, उस प्रभु ਨੂੰ ਨੇੜੇ ਹੀ ਪਾ ਲਿਆ, ਆਪਣੇ ਅੰਦਰ ਹੀ। ਕਿੰਨਾ ਕੁ ਨੇੜੇ ਪਾ ਲਿਆ? ਪਹਿਲੀ ਪੰਕਤੀ ਚ ਭਗਤ ਜੀ ਨੇ ਦੱਸ ਦਿੱਤਾ, ਇੰਨਾ ਨੇੜੇ ਕਿ ਨਈਆਂ ਨਿਕਟ ਜੋ ਘਟ ਰਹੇ ਹੋ, ਅੰਦਰ ਹੀ ਸੀ ਉਹ, ਘਟ ਮੈਨੇ ਹਿਰਦੇ ਚ ਹੀ ਸੀ ਉਹ। ਇੰਨਾ ਨੇੜੇ ਪਾ ਲਿਆ, ਨੇਰੋ ਪਾਇਓ ਤਾਹੇ, ਆਪਣੇ ਅੰਦਰੋਂ ਹੀ ਲੱਭ ਗਿਆ। ਪ੍ਰਭੂ ਅੰਦਰ ਹੀ ਹੈ, ਗੁਣਾ ਰੂਪ ਦੇ ਵਿੱਚ ਅੰਦਰ ਹੈ, ਸੱਚ ਦੇ ਰੂਪ ਚ ਅੰਦਰ ਹੈ, ਸੰਤੋਖ ਦੇ ਰੂਪ ਚ ਅੰਦਰ ਹੈ, ਦਇਆ ਦੇ ਰੂਪ ਚ ਅੰਦਰ ਹੈ, ਪ੍ਰੇਮ ਦੇ ਰੂਪ ਚ ਅੰਦਰ ਹੈ। ਉਹਨਾਂ ਗੁਣਾਂ ਨੂੰ ਜਿਸ ਦਿਨ ਜਿਸ ਮਨੁੱਖ ਨੇ ਪ੍ਰਗਟ ਕਰ ਲਿਆ, ਉਹਨੇ ਆਪਣੇ ਜੀਵਨ ਚੋਂ ਰੱਬ ਪ੍ਰਗਟ ਕਰ ਲਿਆ। ਉਹਦੇ ਤੇ ਰੱਬ 'ਚ ਫਰਕ ਕੋਈ ਨਹੀਂ ਹੈ। ਤੇ ਬਾਹਰ ਵੀ ਸਾਰਾ ਸੰਸਾਰ ਦਿਲ ਮੈਂ ਖੋਜ, ਦਿਲੇ ਦਿਲ ਖੋਜੋ, ਹਰ ਇੱਕ ਦਿਲ ਦੇ ਵਿੱਚ ਪ੍ਰਭੂ ਹੈ। ਫਿਰ ਸਾਰਾ ਦਿਸਦਾ ਜਗਤ ਵੀ ਰੱਬ ਹੀ ਨਜ਼ਰ ਆਏਗਾ। ਫਿਰ ਸਾਨੂੰ ਇੱਕ ਦੂਜੇ ਨਾਲ ਰੱਬ ਵਰਗਾ ਵਿਹਾਰ ਕਰਨਾ ਪਏਗਾ, ਇੱਕ ਦੂਜੇ ਤੇ ਦਇਆ ਕਰਨੀ ਪਏਗੀ, ਇੱਕ ਦੂਜੇ ਨਾਲ ਪ੍ਰੇਮ ਕਰਨਾ ਪਏਗਾ, ਇੱਕ ਦੂਜੇ ਨਾਲ ਸਹਿਯੋਗ ਕਰਨਾ ਪਏਗਾ, ਇੱਕ ਦੂਜੇ ਨੂੰ ਆਦਰ ਸਤਿਕਾਰ ਦੇਣਾ ਪਏਗਾ। ਰੱਬ ਹੀ ਤੇ ਹੈ। ਫਿਰ ਜ਼ਿੰਦਗੀ ਬਦਲ ਨਹੀਂ ਜਾਏਗੀ ਰੱਬ ਨੂੰ ਪਾ ਕੇ, ਜੀਵਨ 'ਚ ਪਰਿਵਰਤਨ ਨਹੀਂ ਆ ਜਾਏਗਾ, ਪੂਰੀ ਜ਼ਿੰਦਗੀ ਤਬਦੀਲ ਹੋ ਜਾਏਗੀ, ਸਾਰੀ ਜ਼ਿੰਦਗੀ ਬਦਲ ਜਾਏਗੀ। ਅਗਲੇ ਵਚਨ, ਟੱਟਾ ਬਿਕਟ ਘਾਟ ਘਟ ਮਾਹੀ, ਹੁਣ ਟਹਿ ਕੇ ਅੱਖਰ ਦੇ ਰਾਹੀਂ। ਭਗਤ ਕਬੀਰ ਜੀ ਅਗਲਾ ਜਿਹੜਾ ਹੈ ਉਹ ਉਪਦੇਸ਼ ਕਰ ਰਹੇ ਨੇ। ਬਿਕਟ, ਬਿਕਟ ਮੈਨੇ ਔਖਾ, ਘਾਟ, ਘਾਟ ਬੜਾ ਔਖਾ ਹੈ। ਘਾਟ ਬਾਰੇ ਅਸੀਂ ਪਿੱਛੇ ਵਿਚਾਰ ਕਰਕੇ ਗਏ ਹਾਂ। ਘਾਟ ਦਾ ਅਰਥ ਹੁੰਦਾ ਪੱਤਣ, ਦਰਿਆ ਦਾ ਉਹ ਕਿਨਾਰਾ ਜਿੱਥੋਂ ਕਿਸ਼ਤੀਆਂ ਚਲਦੀਆਂ ਨੇ, ਬੇੜੀਆਂ ਚਲਦੀਆਂ ਨੇ ਤੇ ਦੂਜੇ ਪਾਰ ਪਹੁੰਚਾ ਦਿੰਦੀਆਂ ਨੇ, ਉਹਨੂੰ ਕਹਿੰਦੇ ਨੇ ਪੱਤਣ। ਜਿੱਥੋਂ ਸਮਾਨ ਦਾ ਆਦਾਨ ਪ੍ਰਦਾਨ ਦਰਿਆ ਦੇ ਦੂਜੇ ਕਿਨਾਰੇ ਤੱਕ ਹੁੰਦਾ ਹੈ, ਉਹਨੂੰ ਕਹਿੰਦੇ ਨੇ ਪੱਤਣ। ਘਾਟ, ਘਾਟ ਬੜਾ ਔਖਾ ਹੈ, ਪਤਾ ਨਹੀਂ ਲੱਭਦਾ ਨਹੀਂ, ਕਿਉਂਕਿ ਦਰਿਆ ਛੋਟਾ ਥੋੜੇ ਹੁੰਦਾ, ਕਿੰਨਾ ਹੀ ਲੰਮਾ ਤੇ ਦਰਿਆ ਹੁੰਦਾ ਹੈ। ਤੇ ਘਾਟ ਲੱਭਣ ਵਾਸਤੇ ਕਈ ਵਾਰੀ ਕਈ ਕਿਲੋਮੀਟਰ ਤੁਰਨਾ ਪੈਂਦਾ ਹੈ, ਕਈ ਮੀਲ ਤੁਰਨਾ ਪੈਂਦਾ ਹੈ। ਪਤਾ ਨਹੀਂ ਕਿਹੜੇ ਪਿੰਡ ਦੇ ਵਿੱਚ ਘਾਟ ਹੋਏਗਾ, ਕਿਹੜੀ ਥਾਂ ਤੇ ਘਾਟ ਹੋਏਗਾ। ਵਿਕਟ ਘਾਟ, ਔਖਾ ਘਾਟ, ਔਖਾ ਪੱਤਣ। ਜਿਸ ਘਾਟ ਨੂੰ ਦੁਨੀਆ ਨੇ ਔਖਾ ਘਾਟ ਸਮਝ ਲਿਆ, ਔਖਾ ਪੱਤਣ ਸਮਝ ਲਿਆ, ਵੀ ਪਤਾ ਨਹੀਂ ਉਹ ਰਸਤਾ ਮਿਲਣਾ ਕਿ ਨਹੀਂ ਮਿਲਣਾ, ਜਿਹਦੇ ਨਾਲ ਅਸੀਂ ਦੂਜੇ ਪਾਰ ਚਲੇ ਜਾਈਏ, ਰੱਬ ਵਾਲੇ ਪਾਸੇ ਹੋ ਜਾਈਏ, ਪਤਾ ਨਹੀਂ ਮਿਲਣਾ ਨਹੀਂ ਮਿਲਣਾ। ਬੰਦਾ ਔਖਾ ਸਮਝੀ ਬੈਠੇ ਕਿ ਵਿਕਟ ਘਾਟ, ਔਖਾ ਪੱਤਣ ਹੈ, ਔਖਾ ਰਸਤਾ ਹੈ, ਪਤਾ ਨਹੀਂ ਕਿੰਨੇ ਮੀਲ ਤੁਰਨਾ ਪਏਗਾ, ਫਿਰ ਵੀ ਮਿਲੇ ਨਾ ਮਿਲੇ ਕੀ ਗਰੰਟੀ ਹੈ। ਕਈ ਜਨਮ ਤੁਰਨਾ ਪਵੇ, ਗਰੰਟੀ ਕੀ ਹੈ। ਹੋ ਸਕਦਾ ਕਈ ਜਨਮ ਤੁਰਨਾ ਪਵੇ, ਰਸਤਾ ਮਿਲੇ ਨਾ ਮਿਲੇ, ਉਹ ਪੱਤਣ, ਉਹ ਘਾਟ, ਉਹ ਰਸਤਾ ਨਾ ਮਿਲੇ ਜਿੱਥੋਂ ਅਸੀਂ ਦੂਜੇ ਪਾਰ ਜਾਣਾ ਹੈ। ਤੇ ਭਗਤ ਜੀ ਆਖਦੇ ਨੇ, ਜਿਹਨੂੰ ਤੂੰ ਔਖਾ ਕਹਿੰਦਾ ਨਾ, ਔਖਾ ਤੇ ਤਾਂ ਜੇ ਤੈਨੂੰ 2 4 10 20 ਮੀਲ ਤੁਰਨਾ ਪਵੇ, ਵੀ ਅੱਗੇ ਦਰਿਆ ਦੇ ਕਿਨਾਰੇ ਕਿਨਾਰੇ ਜਾਵਾਂਗਾ, ਕਿਤੇ ਨਾ ਕਿਤੇ ਘਾਟ ਤੇ ਆਏਗਾ ਨਾ ਰਸਤੇ 'ਚ। ਜੇ ਤੈਨੂੰ 5 10 20 ਹਜ਼ਾਰ ਮੀਲ ਤੁਰਨਾ ਪਵੇ, ਫਿਰ ਕਹਿ ਔਖਾ ਹੈ ਘਾਟ। ਜੇ ਤੈਨੂੰ ਪਤਾਲ 'ਚ ਜਾਣਾ ਪਵੇ, ਅਸਮਾਨ 'ਚ ਜਾਣਾ ਪਵੇ, ਫਿਰ ਕਹਿ ਵੀ ਘਾਟ ਬੜਾ ਔਖਾ ਹੈ, ਵਿਕਟ ਘਾਟ ਹੈ। ਘਾਟ ਤੇ ਔਖਾ ਹੈ ਹੀ ਨਹੀਂ, ਤੈਨੂੰ ਇੱਕ ਕਦਮ ਤੁਰਨ ਦੀ ਲੋੜ ਨਹੀਂ ਪੈਣੀ। ਵਿਕਟ ਘਾਟ ਜਿਹੜਾ ਕਿੱਥੇ ਹੈ? ਘਟਨਾ ਹੀ ਤੇਰੇ ਅੰਦਰ ਹੀ ਤੇ ਹੈ, ਇੱਕ ਕਦਮ ਵੀ ਤੁਰਨ ਦੀ ਲੋੜ ਨਹੀਂ। ਘਟਨਾ ਹੀ ਮੈਨੇ ਹਿਰਦੇ ਦੇ ਵਿੱਚ, ਉਹ ਘਾਟ ਹਿਰਦੇ ਵਿੱਚ ਹੀ ਹੈ, ਉਹ ਰਸਤਾ ਹਿਰਦੇ ਵਿੱਚ ਹੀ ਹੈ, ਜਿਹਨੂੰ ਤੁਸੀਂ ਔਖਾ ਸਮਝੀ ਜਾਂਦੇ ਹੋ। ਔਖਾ ਤਾਂ ਸਮਝਦੇ ਆ ਕਿਉਂਕਿ ਅਸੀਂ ਉਹ ਰਸਤਾ ਬਾਹਰ ਮੰਨ ਲਿਆ, ਤੇ ਬਾਹਰ ਭਾਵੇਂ ਸਾਰੀ ਜ਼ਿੰਦਗੀ ਤੁਰੇ ਜਾਓ, ਬਾਹਰੋਂ ਤੇ ਰਸਤਾ ਲੱਭਣਾ ਹੀ ਨਹੀਂ। ਬਾਹਰੋਂ ਜਨਮਾਂ ਜਨਮਾਂਤਰ ਸਫ਼ਰ ਕਰੀ ਜਾਓ, ਬਾਹਰੋਂ ਤੇ ਰਸਤਾ ਲੱਭਣਾ ਹੀ ਨਹੀਂ, ਕਿਉਂਕਿ ਰਸਤਾ ਤੇ ਅੰਦਰ ਹੈ ਨਾ, ਪੱਤਣ ਤੇ ਅੰਦਰ ਹੈ। ਜੇ ਮਨੁੱਖ ਦੇ ਵਿਕਾਰਾਂ ਦਾ ਦਰਿਆ ਅੰਦਰ ਹੈ, ਤੇ ਰਸਤਾ ਵੀ ਤੇ ਅੰਦਰ ਹੀ ਲੱਭੇਗਾ ਨਾ। ਜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਅੰਦਰ ਨੇ ਮੇਰੇ, ਪਾਪਾਂ ਵਿਕਾਰਾਂ ਦੀ ਨਦੀ ਮੇਰੇ ਅੰਦਰ ਵਗ ਰਹੀ ਹੈ, ਰਸਤਾ ਵੀ ਤੇ ਅੰਦਰੋਂ ਹੀ ਖੋਜਣਾ ਪਏਗਾ ਨਾ ਉਸ ਵਿਕਾਰਾਂ ਦੀ ਨਦੀ ਨੂੰ ਪਾਰ ਕਰਨ ਵਾਸਤੇ। ਪਾਪਾਂ ਦੀ ਨਦੀ ਅੰਦਰ ਹੋਵੇ ਤੇ ਰਸਤਾ ਮੈਂ ਬਾਹਰੋਂ ਲੱਭਦਾ ਫਿਰ ਮੈਂ ਪਾਰ ਕਰ ਸਕਦਾ? ਕਦੀ ਨਹੀਂ ਕਰ ਸਕਦਾ। ਜੇ ਵਿਕਾਰਾਂ ਦੀ ਨਦੀ ਅੰਦਰ ਵਗ ਰਹੀ ਹੈ ਤੇ ਅੰਦਰੋਂ ਹੀ ਰਸਤਾ ਮੈਨੂੰ ਲੱਭਣਾ ਪੈਣਾ ਹੈ। ਤੇ ਉਹ ਘਾਟ ਕਿਹੜਾ ਹੈ? ਵਿਕਟ ਘਾਟ, ਔਖਾ ਜਿਹੜਾ ਘਾਟ, ਔਖਾ ਪੱਤਣ ਜਿਹੜਾ ਹੈ, ਘਟਨਾ ਹੀ ਹਿਰਦੇ ਦੇ ਅੰਦਰ ਹੀ ਹੈ, ਅੰਦਰ ਹੀ ਜਾਣਾ ਪਏਗਾ। ਬਸ ਦਰਵਾਜ਼ਾ ਖੋਲ ਕੇ ਅੰਦਰ ਦਾਖਲ ਹੋਣਾ ਹੈ, ਇੰਨਾ ਕੁ ਕੰਮ ਹੈ। ਖੋਲ ਕਪਾਟ ਮਹਿਲ ਕੇ ਨਾ ਜਾਹੀ, ਖੋਲ ਦੇ ਲੱਲੇ ਨੂੰ ਆਗੇ ਸਿਆਰੀ, ਖੋਲ ਕੇ, ਕਪਾਟ ਮੈਨੇ ਦਰਵਾਜ਼ੇ, ਦੋਨੋਂ ਕਿਵਾੜ, ਕਿਵਾੜ ਖੋਲ ਦੇ। ਖੋਲ ਕਪਾਟ ਮਹਿਲ ਕੇ ਨਾ ਜਾਹੀ,
महल दे लेने वाली सियारी, महल विच तू महल विच क्यों नहीं जांदा? के ना जाही, क्यों नहीं जांदा? वो अंदर है, क्यों नहीं तू जांदा? दरवाजा खोल, अंदर दाखिल हो। दरवाजा बंद होवे, बंदा खोले ना ते बाहरों ਉਹ एक शहर च घूमे, दूसरे शहर च घूमे, एक स्टेट च घूमे, दूजी स्टेट, एक देश च दूजे देश विच, ਕੀ ਉਹ ਪਾਲੇਗਾ? ਮਾਨੂੰ ਜਿਸ ਘਰ ਦੇ ਦਰਵਾਜ਼ੇ ਅੱਗੇ ਮੈਂ ਖੜਾ ਵਾਂ, ਉਸ ਘਰ ਦੇ ਦਰਵਾਜ਼ੇ ਦੇ ਅੰਦਰ ਮੇਰਾ ਮਿੱਤਰ ਰਹਿੰਦਾ ਹੈ, ਤੇ ਮੈਂ ਉਹ ਘਰ ਦਾ ਦਰਵਾਜ਼ਾ ਛੱਡ ਕੇ ਇੱਕ ਦੇਸ਼ ਘੁੰਮਾਂ, ਦੋ ਦੇਸ਼ ਘੁੰਮਾਂ, ਜੰਗਲ ਘੁੰਮਾਂ, ਪਹਾੜ ਘੁੰਮਾਂ, ਕੀ ਮੈਂ ਆਪਣੇ ਮਿੱਤਰ ਨੂੰ ਪਾ ਲਵਾਂਗਾ? ਨਹੀਂ ਨਾ ਪਾ ਸਕਦਾ। ਕੀ ਕਰਨਾ ਪਏਗਾ? ਮੈਨੂੰ ਭਟਕਣਾ ਛੱਡ ਕੇ ਉਹ ਦਰਵਾਜ਼ਾ ਖੋਲਣਾ ਪਏਗਾ। ਅੰਦਰ ਹੈ, ਖੋਲ ਕਪਾਟ, ਨਹਿਲ ਕੇ ਨਾ ਜਾਹੀ। ਦਰਵਾਜ਼ਾ ਖੋਲ। ਤੂੰ ਅੰਦਰ ਖੋਲ ਕੇ ਦਰਵਾਜ਼ਾ, ਮਹਿਲ ਚ ਵੜਦਾ ਕਿਉਂ ਨਹੀਂ? ਅੰਦਰ ਜਾਂਦਾ ਕਿਉਂ ਨਹੀਂ? ਆ ਜਿਹੜਾ ਦਰਵਾਜ਼ਾ ਹੈ ਨਾ, ਇਹ ਦਰਵਾਜ਼ਾ ਹੈ ਹੰਕਾਰ ਦਾ, ਜਿਹਨੇ ਮੈਨੂੰ ਮੇਰੇ ਪ੍ਰਭੂ ਤੋਂ ਵੱਖ ਕੀਤਾ ਹੋਇਆ ਹੈ। ਹਉ ਭੀਤ ਭਇਓ ਹੈ ਵਿਚੋ, ਜਿਹਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਦੀਵਾਰ ਕਹਿੰਦੇ ਨੇ। ਹਉ ਦੀ ਦੀਵਾਰ ਹੈ, ਜਿਹਦੇ ਪਾਰ ਮੇਰਾ ਪ੍ਰਭੂ ਹੈ। ਹਉ ਭੀਤ ਭਇਓ ਹੈ ਵਿਚੋ, ਸੁਨਤ ਦੇਸ਼ ਨਿਕਟਾਇਓ, ਭਾਂਬੀਰੀ ਕੇ ਪਾਤ ਪਾਰ ਦੋ। ਇਹ ਨਹੀਂ ਕਿ ਬੜੀ ਲੋਹੀ ਦੀ ਦੀਵਾਰ ਹੈ। ਭਾਂਬੀਰੀ ਕਹਿੰਦੇ ਨੇ ਤਿਤਲੀ ਨੂੰ, ਤਿਤਲੀ ਦੇ ਪਰ ਤੋਂ ਵੀ ਬਰੀਕ ਪਰਦਾ ਹੈ। ਭਾਂਬੀਰੀ ਕੇ ਪਾਤ ਪਰ ਦੋ, ਬਿਨ ਪੇਖੇ ਦੂਰ ਆਇਓ। ਇਹਨਾਂ ਤੇ ਉਹ ਨੇੜੇ ਹੈ, ਇਹਨਾਂ ਤੇ ਉਹ ਨਾਲ ਹੈ, ਅਜੇ ਵੀ ਤੂੰ ਨਜ਼ਰ ਨਹੀਂ ਆ ਰਿਹਾ। ਇਸ ਹੰਕਾਰ ਦੇ ਦਰਵਾਜ਼ੇ ਨੂੰ ਪਾਸੇ ਕਰ, ਈਰਖਾ ਦੇ ਦਰਵਾਜ਼ੇ ਨੂੰ ਪਾਸੇ ਕਰ, ਝੂਠ ਦੇ ਦਰਵਾਜ਼ੇ ਨੂੰ ਪਰੇ ਕਰ, ਨਿੰਦਿਆ ਚੁਗਲੀ ਦੇ ਦਰਵਾਜ਼ੇ ਨੂੰ ਪਰੇ ਕਰ। ਅੰਦਰ ਨਿਮਰਤਾ ਭਰੀ ਪਈ ਹੈ। ਇਸ ਵਿਛੋੜੇ ਦੇ, ਦੁੱਖਾਂ ਦੇ, ਗਮ ਦੇ ਦਰਵਾਜ਼ੇ ਨੂੰ ਪਰੇ ਕਰ। ਅੰਦਰ ਅਨੰਤ ਖੁਸ਼ੀਆਂ ਭਰੀਆਂ ਪਈਆਂ ਨੇ, ਅਨੰਤ ਪ੍ਰਸੰਨਤਾਵਾਂ ਦੇ ਢੇਰ ਲੱਗੇ ਹੋਏ ਨੇ, ਅਨੰਤ ਆਨੰਦ ਜਿਹੜਾ ਅੰਦਰ ਭਰਿਆ ਪਿਆ ਹੋਇਆ ਹੈ। ਦਰਵਾਜ਼ਾ ਤੇ ਖੋਲ। ਤੇ ਜਿਹੜਾ ਦਰਵਾਜ਼ਾ ਖੋਲ ਲੈਂਦਾ ਨਾ ਇੱਕ ਵਾਰ, ਉਸ ਆਨੰਦ ਨੂੰ ਮਾਣ ਲੈਂਦਾ ਹੈ। ਦੇਖ ਅਟਲ, ਟਲ ਕਤਹਿ ਨਾ ਜਾਵਾ। ਦੇਖ ਦੇਖ ਕੇ ਸਿਆਰੀ, ਦੇਖ ਕੇ ਅਟਲ, ਅਟਲ ਨੂੰ ਦੇਖ ਕੇ, ਉਸ ਸਦਾ ਫਿਰ ਪ੍ਰਭੂ ਨੂੰ ਦੇਖ ਕੇ, ਜਿਹਨੇ ਉਸ ਪ੍ਰਭੂ ਨੂੰ ਵੇਖ ਲਿਆ, ਟਲ ਲੈ ਨੂੰ ਆਗੇ ਸਿਆਰੀ, ਟਲ ਕੇ, ਡੋਲ ਕੇ, ਭਟਕ ਕੇ, ਕਤਹਿ ਨਾ ਜਾਵਾ। ਇੱਥੇ ਜਾਵਾਂ ਨਹੀਂ, ਫਸਟ ਪਰਸਨ ਦੀ ਗੱਲ ਨਹੀਂ, ਉੱਤਮ ਪੁਰਖ ਦੀ, ਕਿ ਮੈਂ ਜਾਵਾਂ। ਇੱਥੇ ਫਸਟ ਪਰਸਨ ਦੀ ਗੱਲ ਨਹੀਂ, ਇੱਥੇ ਗੱਲ ਹੈ ਜਾਂਦਾ ਨਹੀਂ ਹੈ। ਉਹ ਬੰਦਾ ਜਾਂਦਾ ਨਹੀਂ, ਥਰਡ ਪਰਸਨ। ਦੇਖ ਅਟਲ, ਅਟਲ ਪ੍ਰਭੂ ਨੂੰ ਦੇਖ ਕੇ, ਅੰਦਰ ਉਸ ਅਡੋਲ ਪ੍ਰਭੂ ਦੇ ਨਾਲ ਸਾਂਝ ਪਾ ਕੇ, ਟਲ ਕਤਹਿ ਨਾ ਜਾਵਾ। ਫਿਰ ਡੋਲ ਕੇ ਭਟਕ ਕੇ ਮਨੁੱਖ ਹੋਰ ਕਿਤੇ ਨਹੀਂ ਜਾਂਦਾ। ਜਿਹਨੇ ਅੰਦਰੋਂ ਸੱਚ ਖੋਜ ਲਿਆ, ਉਹ ਹੁਣ ਬਾਹਰੋਂ ਥਾਂ ਥਾਂ ਤੋਂ ਸੱਚ ਥੋੜੇ ਖੋਜਦਾ ਫਿਰੇਗਾ। ਖੋਜ ਸੱਚ ਤੇ ਖੋਜ ਹੀ ਲਿਆ, ਉਹਨੂੰ ਪਤਾ ਲੱਗ ਗਿਆ ਸੱਚ ਹੈ। ਤੇ ਜੇ ਪਤਾ ਲੱਗ ਗਿਆ ਸੱਚ ਹੈ, ਫਿਰ ਬਾਹਰ ਦੀਆਂ ਚੀਜ਼ਾਂ ਛੱਡ ਦੇਗਾ। ਜਿਹਨੂੰ ਪਤਾ ਲੱਗ ਗਿਆ ਪ੍ਰੇਮ ਹੈ, ਫਿਰ ਬਾਹਰ ਨਹੀਂ ਭਟਕਦਾ ਫਿਰੇਗਾ। ਉਹ ਕਹੇਗਾ ਮੇਰੇ ਕੋਲ ਪ੍ਰੇਮ ਹੈ, ਮੈਂ ਬਾਹਰ ਕਿੱਥੋਂ ਪ੍ਰੇਮ ਲੈਣ ਜਾਣਾ? ਹੁਣ ਮੇਰੇ ਕੋਲ ਹੀ ਪ੍ਰੇਮ ਇੰਨਾ ਹੈ, ਜਿਹਨੇ ਮੇਰੇ ਕੋਲੋਂ ਲੈਣਾ ਆ ਕੇ ਲੈ ਲਵੇ। ਮੈਂ ਹੁਣ ਬਾਹਰੋਂ ਮੈਂ ਕਿਉਂ ਲਵਾਂ? ਮੇਰੇ ਕੋਲ ਤੇ ਅੰਦਰ ਹੀ ਖੂਹ ਵਿੱਚੋਂ ਨਿਕਲ ਆਇਆ ਭੰਡਾਰ, ਅੰਦਰੋਂ ਹੀ ਦਇਆ ਨਿਕਲ ਆਈ। ਅੰਤਰ ਖੂਟਾ ਅੰਮ੍ਰਿਤ ਭਰਿਆ, ਸ਼ਬਦੇ ਕਾਢ ਪੀਏ ਪਨਿਹਾਰੀ। ਜਦੋਂ ਗੁਰੂ ਦੇ ਸ਼ਬਦ ਨੇ, ਗੁਰੂ ਦੇ ਗਿਆਨ ਨੇ ਮੈਨੂੰ ਦੱਸਿਆ, ਅੰਦਰ ਦੇ ਖੂਹ ਦੇ ਵਿੱਚੋਂ ਹੀ ਮੈਨੂੰ ਗੁਣਾਂ ਦਾ ਕੀਮਤੀ ਅੰਮ੍ਰਿਤ ਪ੍ਰਾਪਤ ਹੋ ਗਿਆ। ਅੰਦਰੋਂ ਹੀ ਝਰਨੇ ਫੁੱਟ ਗਏ। ਹੁਣ ਉਹ ਮਨੁੱਖ ਕਿਤੇ ਹੋਰ ਨਹੀਂ ਕਿਤੇ ਜਾਂਦਾ। ਦੇਖ ਅਟਲ, ਟਲ ਕਤਹਿ ਨਾ ਜਾਵਾ। ਫਿਰ ਉਹ ਸੱਚ ਨੂੰ ਛੱਡ ਕੇ ਬਾਹਰ ਨਹੀਂ ਭਟਕਦਾ ਫਿਰਦਾ, ਦਇਆ ਨੂੰ ਛੱਡ ਕੇ ਬਾਹਰ ਨਹੀਂ ਭਟਕਦਾ ਫਿਰਦਾ। ਉਹਨੂੰ ਕੋਈ ਲਾਲਚ ਵੀ ਦੇਵੇ ਨਾ, ਛੱਡ ਪਰ ਆਪਣੇ ਸੱਚ ਨੂੰ, ਆ ਸਾਡੇ ਵਾਲੇ ਪਾਸੇ ਆ, ਕਿ ਉਹ ਡੋਲਦਾ ਨਹੀਂ ਹੈ। ਉਹ ਆਖਦਾ ਮੈਂ ਬੰਦ ਕਟਾ ਲਵਾਂਗਾ, ਆਪਣਾ ਸੱਚ ਨਹੀਂ ਛੱਡਾਂਗਾ। ਉਹ ਕਹਿਣ ਤੈਨੂੰ ਲਾਲਚ ਦੇਣ, ਉਹ ਆ ਤੈਨੂੰ ਰਾਜਾ ਬਣਾ ਦਈਏ, ਤੈਨੂੰ ਮਲਕੀਅਤ ਦੇ ਦਈਏ, ਧਨ ਦੌਲਤ ਪਦਾਰਥ ਦੇ ਦਈਏ, ਹੂਰਾਂ ਪਰੀਆਂ ਦੇ ਦਈਏ, ਸੋਨੇ ਚਾਂਦੀ ਦੇ ਢੇਰ ਤੇਰੇ ਅੱਗੇ ਲਾ ਦਈਏ, ਛੱਡ ਪਰਾਂ ਤੂੰ ਸੱਚ ਨੂੰ। ਉਹ ਆਖਦੇ ਮੈਂ ਜੁੱਤੀ ਦੀ ਨੋਕ ਤੇ ਤੁਹਾਡੇ ਸੁੱਖਾਂ ਨੂੰ ਲੱਤ ਮਾਰਦਾ ਵਾਂ। ਦੇਖ ਅਟਲ, ਟਲ ਕਤਹਿ ਨਾ ਜਾਵਾ। ਫਿਰ ਡੋਲਦਾ ਨਹੀਂ, ਉਹ ਡੋਲ ਕੇ ਕਿਤੇ ਲਾਲਚ ਵਾਲੇ ਪਾਸੇ ਨਹੀਂ ਭਟਕਦਾ। ਫਿਰ ਉਹਨੂੰ ਕੋਈ ਛੱਡ ਪਰਾਂ, ਕਿਉਂ ਤੂੰ ਮਨੁੱਖਤਾ ਦੀ ਹਾਮੀ ਭਰੀ ਜਾਂਦਾ? ਹਿਊਮਨ ਰਾਈਟਸ ਨੂੰ ਛੱਡ,
ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਲਈ ਛੱਡ ਦੇ। ਸਰਦਾਰ ਜਸਵੰਤ ਸਿੰਘ ਖਾਲੜਾ ਹੋਰਾਂ ਨੂੰ ਕਿਹਾ ਸੀ ਨਾ, ਛੱਡ ਦੇ, ਕੰਮ ਨਾ ਕਰ। ਤੇ ਸਰਦਾਰ ਜਸਵੰਤ ਸਿੰਘ ਆਖਦੇ ਨੇ, ਮੈਂ ਮਨੁੱਖ ਹਾਂ, ਤੇ ਜੇ ਮੈਂ ਮਨੁੱਖ ਹੋ ਕੇ ਮਨੁੱਖੀ ਹੱਕਾਂ ਦੀ ਗੱਲ ਨਹੀਂ ਕਰਾਂਗਾ ਤੇ ਮੇਰੇ ਤੇ ਪਸ਼ੂ 'ਚ ਫਰਕ ਕੀ ਹੈ? ਫਿਰ ਮੈਂ ਮਨੁੱਖ ਨਹੀਂ ਰਵਾਂਗਾ। ਮੈਂ ਮਨੁੱਖ ਹਾਂ, ਇਸ ਕਰਕੇ ਆਪਣੇ ਹੱਕਾਂ ਦੀ ਗੱਲ ਕਰਾਂਗਾ, ਜਿਹੜੇ ਮਨੁੱਖ ਦੇ ਹੱਕ ਹੁੰਦੇ ਨੇ। ਉਸ ਜਸਵੰਤ ਸਿੰਘ ਜੀ ਖਾਲੜਾ ਹੋਰਾਂ ਨੇ ਜੁੱਤੀ ਦੀ ਨੋਕ ਤੇ ਉਹਨਾਂ ਦੇ ਲਾਲ 'ਚ ਠੁਕਰਾ ਦਿੱਤੇ ਸੀ। ਫਿਰ ਉਹਨਾਂ ਡਰਾਵੇ ਦਿੱਤੇ, ਧਮਕੀਆਂ ਦਿੱਤੀਆਂ ਕਿ ਜਿਹੜੀਆਂ ਲਾਸ਼ਾਂ ਦੀ ਤੂੰ ਨਿਸ਼ਾਨਦੇਹੀ ਕਰ ਰਿਹਾ, ਤੈਨੂੰ ਵੀ ਇੱਕ ਦਿਨ ਲਾਸ਼ ਬਣਾ ਦਿਆਂਗੇ। ਕਹਿਣ ਲੱਗੇ, ਬਣਾ ਦਿਓ। ਜਿੰਨਾ ਚਿਰ ਮੈਂ ਜਿਉਂਦਾ ਮਨੁੱਖ ਹਾਂ ਨਾ, ਉਹ ਮਨੁੱਖੀ ਹੱਕਾਂ ਦੀ ਗੱਲ ਕਰਦਾ ਹੀ ਰਵਾਂਗਾ। ਮੈਂ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਾ ਹੀ ਰਵਾਂਗਾ, ਹਿਊਮਨ ਰਾਈਟਸ ਦੀ ਗੱਲ ਕਰਦਾ ਹੀ ਰਵਾਂਗਾ। ਦੇਖ ਅਟਲ ਟਲ ਕਤੈ ਨਾ ਜਾਵਾ। ਜਿਹੜਾ ਸੱਚ ਨੂੰ ਦੇਖ ਲੈਂਦਾ ਨਾ ਆਪਣੇ ਅੰਦਰੋਂ, ਉਹ ਸੱਚ ਨੂੰ ਛੱਡ ਕੇ ਕਿਤੇ ਡੋਲਦਾ ਨਹੀਂ ਹੈ, ਫਿਰ ਹੋਰ ਪਾਸੇ ਨਹੀਂ ਜਾਂਦਾ। ਦੁਨੀਆ ਦੇ ਲਾਲਚ ਉਹਨੂੰ ਡੁਲਾ ਨਹੀਂ ਸਕਦੇ, ਦੁਨੀਆ ਦੇ ਧਮਕੀਆਂ, ਦੁਨੀਆ ਦੇ ਡਰਾਵੇ ਉਹਨੂੰ ਮਾਰ ਨਹੀਂ ਸਕਦੇ, ਡਰਾ ਨਹੀਂ ਸਕਦੇ। ਉਹ ਡਰਦਾ ਨਹੀਂ ਹੈ। ਯਾਦ ਕਰੋ ਭਾਈ ਮਤੀ ਦਾਸ ਜੀ ਨੂੰ, ਕਿੰਨਾ ਕਿ ਅਸੀਂ ਛੱਡਦੇ ਸੱਚ ਨੂੰ। ਉਹ ਆਖਦੇ ਨੇ, ਮੈਂ ਆਰੇ ਨਾਲ 2 ਟੁਕੜੇ ਕਰਾ ਲਾਂਗਾ, ਸੱਚ ਨਹੀਂ ਛੱਡਾਂਗਾ। ਉਹਨਾਂ ਬੀਬੀਆਂ ਨੂੰ ਕਿੰਨਾ ਕਿਹਾ, ਤੁਹਾਡੇ ਬੱਚਿਆਂ ਨੂੰ ਨਹੀਂ ਮਾਰਾਂਗੇ ਜੇ ਤੁਸੀਂ ਸਾਡੇ ਦਾਇਰੇ 'ਚ ਆ ਜਾਓਗੀਆਂ। ਉਹਨਾਂ ਨੇ ਕਿਹਾ, ਸਾਡੇ ਬੱਚਿਆਂ ਦੇ ਬੇਸ਼ੱਕ ਟੁਕੜੇ ਕਰ ਦਿਓ, ਸੱਚ ਨੂੰ ਨਹੀਂ ਛੱਡਾਂਗੀਆਂ ਅਸੀਂ। ਬੰਦਾ ਸਿੰਘ ਬਹਾਦਰ ਨੂੰ ਕਿੰਨਾ ਕਿਹਾ, ਛੱਡ ਦੇ ਤੂੰ ਸੱਚ ਨੂੰ, ਸਿਦਕ ਨੂੰ, ਛੱਡ ਦੇ ਧਰਮ ਨੂੰ, ਰਾਜ ਭਾਗ ਦੇ ਦਿਆਂਗੇ। ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ 4 ਸਾਲਾਂ ਦੇ ਬੇਟੇ ਅਜੇ ਸਿੰਘ ਦਾ ਕਲੇਜਾ ਤੇ ਮੂੰਹ 'ਚ ਪਵਾ ਲਿਆ, ਸੱਚ ਨਹੀਂ ਸੀ ਛੱਡਿਆ। ਜੰਬੂਰਾਂ ਨਾਲ ਮਾਸ ਨੋਚ-ਨੋਚ ਕੇ ਸ਼ਹੀਦ ਕੀਤਾ, ਅੱਖਾਂ ਕੱਢੀਆਂ, ਹੱਥ ਪੈਰ ਕੱਟੇ, ਡੋਲੇ ਨਹੀਂ ਉਹ। ਜਿਨ੍ਹਾਂ ਨੂੰ ਸੱਚ ਦਾ ਅਨੁਭਵ ਹੋ ਜਾਂਦਾ ਹੈ, ਜਿਨ੍ਹਾਂ ਦੇ ਅੰਦਰ ਇਨਸਾਨੀਅਤ ਪੈਦਾ ਹੋ ਜਾਂਦੀ ਹੈ, ਜਿਨ੍ਹਾਂ ਦੀ ਜ਼ਮੀਰ ਜਾਗ ਜਾਂਦੀ ਹੈ, ਜਿਨ੍ਹਾਂ ਨੂੰ ਸੱਚ ਦਾ ਅਨੁਭਵ ਹੋ ਜਾਂਦਾ ਹੈ, ਜਿਹੜੇ ਮਨ ਬਚਨ ਕਰਮ ਕਰਕੇ ਇੱਕ ਸਾਰਤਾ ਵਿੱਚ ਆ ਜਾਂਦੇ ਨੇ, ਜਿਨ੍ਹਾਂ ਦਾ ਮਨ ਮੁਖ ਇੱਕ ਹੋ ਜਾਂਦਾ ਹੈ, ਜਿਨ੍ਹਾਂ ਦੀ ਜ਼ਿੰਦਗੀ ਸੱਚ ਤੇ ਬੇਸ ਤੇ ਚੱਲ ਪੈਂਦੀ ਹੈ, ਉਹ ਫਿਰ ਡੋਲ ਕੇ ਕਿਤੇ ਜਾਂਦੇ ਹੀ ਨਹੀਂ ਹਨ, ਉਹ ਫਿਰ ਕਿਤੇ ਭਟਕਦੇ ਹੀ ਨਹੀਂ ਹਨ। ਦੇਖ ਅਟਲ ਟਲ ਕਤੈ ਨਾ ਜਾਵਾ। ਉਹ ਫਿਰ ਆਪਣੇ ਅਟਲ ਨੂੰ ਛੱਡ ਕੇ, ਅਡੋਲਤਾ ਨੂੰ ਛੱਡ ਕੇ, ਡੋਲ ਕੇ ਕਿਤੇ ਹੋਰ ਭਟਕਦਾ ਹੀ ਨਹੀਂ। ਉਹ ਉਸ ਅਡੋਲ ਪ੍ਰਭੂ ਨਾਲ ਜੁੜ ਕੇ ਅਡੋਲ ਹੋ ਜਾਂਦਾ ਹੈ। ਜਿਵੇਂ ਪਿੱਛੇ ਇੱਕ ਵਿਚਾਰ ਚੱਲੀ ਸੀ ਕਿ ਤੂੰ ਮੇਰੋ ਮੇਰ ਪਰਬਤ ਸਵਾਮੀ ਦਾ ਅਰਥ ਕੀ ਹੈ? ਇਹਦਾ ਮਤਲਬ ਇਹ ਹੈ ਵੀ ਤੂੰ ਅਡੋਲ ਹੈ, ਤੂੰ ਪਰਬਤ ਹੈ, ਤੇਰੇ ਨਾਲ ਜੁੜ ਕੇ ਮੈਂ ਵੀ ਅਡੋਲ ਹੋ ਗਿਆ। ਤੂੰ ਡੋਲਦਾ ਨਹੀਂ, ਮੈਂ ਤੇਰਾ ਆਸਰਾ ਲੈ ਲਿਆ, ਇਸ ਕਰਕੇ ਮੈਂ ਡਿੱਗਦਾ ਨਹੀਂ। ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਈ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲਈ ਨਿਹਾਰ ਮੇਰੀ। ਤੂੰ ਡੋਲਦਾ ਨਹੀਂ, ਫਿਰ ਮੈਨੂੰ ਕਾਹਦੀ ਚਿੰਤਾ ਹੈ? ਤੂੰ ਦਾਨਾ ਤੂੰ ਅਬਚਲ ਤੂੰ ਹੀ, ਤੂੰ ਜਾਤ ਮੇਰੀ ਪਾਤੀ, ਤੂੰ ਅਡੋਲ ਕਦੇ ਡੋਲੇ ਨਹੀਂ, ਤਾਂ ਹਮ ਕੈਸੀ ਤਾਤੀ। ਜੇ ਤੂੰ ਅਡੋਲ ਹੈ, ਤੇਰੇ ਨਾਲ ਜੁੜ ਕੇ ਮੈਂ ਕਦੀ ਡੋਲਦਾ ਨਹੀਂ। ਅਟਲ ਸ਼ਰਨ ਆਵਾਗਮਨ ਸਮਾਏ ਹੈ। ਜਦੋਂ ਕੋਈ ਅਟਲ ਦੀ ਸ਼ਰਨ ਵਿੱਚ ਆ ਜਾਂਦਾ, ਟਲਦਾ ਨਹੀਂ। ਜਦੋਂ ਅਡੋਲ ਦੀ ਸ਼ਰਨ ਵਿੱਚ ਆਉਂਦਾ, ਡੋਲਦਾ ਨਹੀਂ। ਦੇਖ ਅਟਲ, ਉਸ ਅਡੋਲ ਪ੍ਰਭੂ ਨਾਲ ਸਾਂਝ ਪਾ ਕੇ ਟਲ ਕਤੈ ਨਾ ਜਾਵਾ, ਫਿਰ ਡੋਲ ਕੇ ਕਿਤੇ ਹੋਰ ਭਟਕਦਾ ਨਹੀਂ ਹੈ। ਦੁਨੀਆ ਦੇ ਸੁੱਖ ਡਰਾ ਨਹੀਂ ਸਕਦੇ, ਧਮਕੀਆਂ ਡਰਾ ਨਹੀਂ ਸਕਦੀਆਂ, ਮੌਤ ਦੇ ਡਰ ਡਰਾ ਨਹੀਂ ਸਕਦੇ। ਤਨ ਦੇ ਉਹ ਟੁਕੜੇ ਕਰਾ ਜਾਂਦਾ ਹੈ, ਪਰ ਆਪਣੇ ਅਡੋਲਤਾ ਨੂੰ ਛੱਡਦਾ ਨਹੀਂ ਹੈ। ਦੇਖ ਅਟਲ ਟਲ ਕਤੈ ਨਾ ਜਾਵਾ, ਰਹਿ ਲਪਟ ਘਟ ਪਰਚੋ ਪਾਵਾ। ਲਪਟ ਕੇ, ਲਪਟਣਾ ਮੈਨੇ ਚਿੰਮੜ ਜਾਣਾ। ਜਿਵੇਂ ਛੋਟਾ ਬੱਚਾ ਮਾਂ ਨੂੰ ਚਿਮੜਿਆ ਰਹਿੰਦਾ, ਲੱਤਾਂ ਨੂੰ ਫੜੀ ਰੱਖਦਾ ਹੈ। ਮਾਂ ਜਰਾ ਕਿ ਜਿਹਨੇ ਕਿਤੇ ਕੰਮ ਕਰਨ ਦੂਜੇ ਕਮਰੇ ਜਾਂਦੀ, ਪਿੱਛੇ ਦੌੜਿਆ ਆਉਂਦਾ, ਫਿਰ ਲੱਤਾਂ ਨੂੰ ਚਿੰਮੜ ਜਾਂਦਾ ਹੈ। ਇਹਨੂੰ ਕਹਿੰਦੇ ਨੇ ਲਪਟਣਾ। ਤੇ ਜੇ ਲਪਟਣ ਦੇ ਅਰਥ ਜ਼ਿਆਦਾ ਸੌਖੇ ਪਤਾ ਕਰਨੇ ਹੋਣ, ਤੇ ਜਿਹੜੇ ਫੋਨ ਨਾਲ ਚਿਮੜੇ ਰਹਿੰਦੇ ਨੇ ਦਿਨ ਰਾਤ, ਉਹਨੂੰ ਕਹਿੰਦੇ ਨੇ ਲਪਟਣਾ। ਚਿਮੜਿਆ ਪਿਆ ਫੋਨ ਨੂੰ, ਛੱਡਦਾ ਹੀ ਨਹੀਂ ਹੈ। ਰਹਿ ਲਪਟ, ਚਿਮੜਿਆ ਰਹਿੰਦਾ ਹੈ, ਇੱਕਮਿਕ ਹੋ ਜਾਂਦਾ ਹੈ। ਘਟ ਪਰਚੋ ਪਾਵਾ। ਪਰਚੋ, ਘਟ ਮੇਰੇ ਹਿਰਦੇ ਦੇ ਵਿੱਚ, ਆਪਣੇ ਹਿਰਦੇ ਦੇ ਵਿੱਚ, ਆਪਣੇ ਅੰਦਰ ਘਟ ਪਰਚੋ ਪਾਵਾ। ਪਰਚੋ ਦਾ ਭਾਵ ਪਰਚਿਆ ਰਹਿੰਦਾ ਹੈ, ਪਿਆਰ ਪਾਈ ਰੱਖਦਾ ਹੈ, ਸਾਂਝ ਪਾਈ ਰੱਖਦਾ ਹੈ। ਉਸ ਸਾਂਝ ਨੂੰ ਛੱਡਦਾ ਨਹੀਂ ਹੈ। ਹੁਣ ਸਾਂਝ ਦੇ ਨਾਲ, ਇੱਕ ਮਿਕਤਾ ਦੇ ਨਾਲ ਪਿਆਰ ਦੀ ਸਾਂਝ ਪਾਈ ਰੱਖਦਾ ਹੈ। ਇੰਨਾ ਪਿਆਰ ਬਣ ਗਿਆ ਕਿ ਤਨ ਦੇ ਹੁਣ ਬੇਸ਼ੱਕ ਟੁਕੜੇ ਹੋ ਜਾਣ, ਰਹਿ ਲਪਟ, ਬਸ ਪਿਆਰ ਵਿੱਚ ਹੀ ਜੁੜਿਆ ਰਹਿੰਦਾ ਹੈ। ਘਟ ਪਰਚੋ ਪਾਵਾ, ਆਪਣੇ ਘਟ ਆਪਣੇ ਹਿਰਦੇ 'ਚ ਪ੍ਰਭੂ ਦਾ ਪਿਆਰ ਪਾ ਲੈਂਦਾ ਹੈ।
ਉਹਦੇ ਅੰਦਰ ਗੁਣਾਂ ਦੀ ਸਾਂਝ ਬਣੀ ਰਹਿੰਦੀ ਹੈ, ਸੱਚ ਨਾਲ ਉਹ ਜੁੜਿਆ ਰਹਿੰਦਾ ਹੈ, ਦਇਆ ਦੇ ਨਾਲ ਇੱਕਮਿਕ ਹੋ ਜਾਂਦਾ ਹੈ, ਨਿਮਰਤਾ ਦਾ ਰੂਪ ਹੋ ਜਾਂਦਾ ਹੈ, ਪ੍ਰੇਮ ਦਾ ਸਰੂਪ ਬਣ ਜਾਂਦਾ ਹੈ। ਜਿਵੇਂ ਬੂੰਦ ਸਮੁੰਦਰ 'ਚ ਸਮਾ ਜਾਏ, ਸਮੁੰਦਰ ਤੋਂ ਬਾਹਰ ਕੱਢੀ ਨਹੀਂ ਜਾ ਸਕਦੀ, ਸਾਗਰ ਹੀ ਬਣ ਜਾਂਦੀ ਹੈ, ਇਸ ਤਰ੍ਹਾਂ ਉਹ ਪ੍ਰਭੂ ਦੇ ਵਿੱਚ ਅਭੇਦ ਹੋ ਕੇ ਪ੍ਰਭੂ ਦਾ ਰੂਪ ਬਣ ਜਾਂਦਾ ਹੈ। ਇਸ ਤੋਂ ਅਗਲੇ ਵਚਨ, ਠੱਠਾ ਇਹ ਦੂਰ ਠੱਗ ਨੀਰਾ। ਹੁਣ ਠੱਠੇ ਅੱਖਰ ਦੇ ਰਾਹੀਂ ਭਗਤ ਜੀ ਅੱਗੋਂ ਮਹਿਰਾਮਤ ਕਰ ਰਹੇ ਹਨ। ਠੱਠਾ ਇਹ ਦੂਰ ਠਗਨੀਰਾ। ਯਾਦ ਰੱਖੋ, ਠਗਨੀਰਾ ਜਿਹੜਾ ਹੈ ਉਹ ਇਕੱਠਾ ਸ਼ਬਦ ਹੈ। ਠੱਗ ਤੇ ਨੀਰਾ ਅਲੱਗ-ਅਲੱਗ ਨਹੀਂ ਹੈ। ਠਗਨੀਰਾ, ਠਗਨੀਰਾ ਮੈਨੇ ਠੱਗਣ ਵਾਲਾ ਪਾਣੀ, ਇਹ ਮੈਨੇ ਇਹ ਜਿਹੜੀ ਮਾਇਆ ਹੈ, ਇਹ ਵਾਲੀ ਸੋਚ ਜਿਹੜੀ ਰੱਬ ਨਾਲ ਸਾਨੂੰ ਤੋੜਦੀ ਹੈ, ਉਹ ਵਾਲੀ ਸੋਚ। ਠਗਨੀਰਾ ਮੈਨੇ ਠੱਗਣ ਵਾਲਾ ਪਾਣੀ। ਉਹ ਕਿਸ ਤਰ੍ਹਾਂ ਦਾ ਹੁੰਦਾ ਹੈ? ਮੰਨੋ ਜਿਵੇਂ ਰੇਗਿਸਤਾਨ ਦੀ ਰੇਤ ਤਪਦੀ ਪਈ ਹੋਵੇ ਤੇ ਹਿਰਨ ਨੂੰ ਲੱਗੀ ਹੋਵੇ ਪਿਆਸ, ਉਹ ਰੇਗਿਸਤਾਨ ਚ ਆ ਕੇ ਫਸ ਜਾਏ ਤੇ ਦੂਰੋਂ ਰੇਤ ਦੀ ਚਮਕ ਨੂੰ ਏਦਾਂ ਲੱਗਦੀ ਹੈ ਜਿਵੇਂ ਪਾਣੀ ਦਾ ਸਰੋਵਰ ਹੁੰਦਾ ਹੈ। ਫਿਰ ਤੁਰਿਆ ਜਾਂਦਾ, ਤੁਰਿਆ ਜਾਂਦਾ, ਤੁਰਿਆ ਜਾਂਦਾ, ਸ਼ਾਇਦ ਸਰੋਵਰ ਮਿਲੇਗਾ ਤੇ ਸਰੋਵਰ ਦਾ ਪਾਣੀ ਪੀ ਕੇ ਮੈਂ ਆਪਣੀ ਪਿਆਸ ਬੁਝਾ ਲਵਾਂਗਾ। ਪਰ ਜਿਵੇਂ ਜਿਵੇਂ ਉਹ ਤੁਰਿਆ ਜਾਂਦਾ ਹੈ, ਰੇਤ ਦੀ ਚਮਕ ਅੱਗੇ ਤੁਰੀ ਜਾਂਦੀ ਹੈ ਤੇ ਉਹਦਾ ਪਾਣੀ, ਉਹਨੂੰ ਲੱਗਦਾ ਵੀ ਪਾਣੀ ਬਸ ਨੇੜੇ ਆ ਹੀ ਰਿਹਾ, ਥੋੜਾ ਹੋਰ 10 ਕਦਮ ਤੁਰਾਂਗਾ, 20 ਕਦਮ ਹੋਰ ਜਾਵਾਂਗਾ, ਪਾਣੀ ਤੱਕ ਪਹੁੰਚ ਹੀ ਜਾਵਾਂਗਾ। ਉਹ ਪਿਆਸਾ ਹਿਰਨ ਸਵੇਰ ਤੋਂ ਦੁਪਹਿਰ, ਦੁਪਹਿਰ ਤੋਂ ਸ਼ਾਮ ਤੱਕ ਤੁਰਦਾ ਜਾਂਦਾ, ਤੁਰਦਾ ਜਾਂਦਾ, ਰੇਤ ਦੀ ਚਮਕ ਅੱਗੇ ਵਧੀ ਜਾਂਦੀ, ਅੱਗੇ ਵਧੀ ਜਾਂਦੀ ਹੈ। मैं भी सफर में हूं, मेरी मंजिल भी सफर में है। मैं भी सफर में हूं, मेरी मंजिल भी सफर में है। मैं तो सफर कर ही रहा, मंजिल भी सफर कर रही है, होर अगे चली जाती है, होर अगे चली जाती है। किनारा मिलता ही नहीं, कोई मंजिल मिलती नहीं, टिकाओ मिलता ही नहीं किते। वो हिरन प्यास च तड़पदियां सवेर तो शाम तक दौड़दियां मौत दे मुंह चला जाता है, पर उन्हें पानी नहीं मिलता। वो ठगण वाला पानी है, क्योंकि पानी नहीं, वो रेत की चमक है। बिल्कुल इन बिन ठट्ठा ठट्ठे अखर दे राही भगत कबीर जी उपदेश करते हैं ठगनीरा, कि ठगनीरा मैंने ठगण वाला पानी किहड़ा यह है। आ जिहड़ी माया है ना, दूर ठगनीरा, ये जिहड़ी माया है, ये दूर दिसन वाला ठगण वाला पानी है। वो ठगण वाला पानी जिहड़ा दूरों चमक नजर आउंदी है। ਜਦੋਂ ਅਸੀਂ ਗਰਮੀਆਂ ਨੂੰ ਡਰਾਈਵਿੰਗ ਕਰਦੇ ਹਾਂ ਤੇ ਡਰਾਈਵਿੰਗ ਕਰਦਿਆਂ ਕਈ ਵਾਰੀ ਸੜਕ ਦੇ ਉੱਪਰ ਸਾਨੂੰ ਪਾਣੀ ਦਿਸਦਾ ਦੂਰੋਂ, ਪਰ ਜਿਵੇਂ ਜਿਵੇਂ ਗੱਡੀ ਨੇੜੇ ਜਾਂਦੀ ਲੱਗਦਾ ਉਹ ਤਾਂ ਸੜਕ ਸੀ, ਪਾਣੀ ਹੈ ਹੀ ਨਹੀਂ ਸੀ, ਸੜਕ ਹੀ ਸੀ। ਜਿਹੜੀ ਉਹ ਲੁੱਕ ਦੀ ਚਮਕ ਹੈ ਉਹ ਲੱਗਦਾ ਜਿਵੇਂ ਪਾਣੀ ਹੈ, ਜਾਂ ਜਿਹੜੀ ਭਾਫ ਹੈ ਉਹ ਹਵਾ ਜਿਹੜੀ ਹੈ ਸੂਰਜ ਦੀ ਤਪਸ਼ ਉਹ ਟਕਰਾ ਕੇ ਵਾਪਸ ਮੁੜਦੀ ਹੈ ਤੇ ਉਹ ਇੱਕ ਪ੍ਰਤੀਬਿੰਬ ਪੈਦਾ ਕਰ ਦਿੰਦੀ ਹੈ, ਲੱਗਦਾ ਜਿਵੇਂ ਪਾਣੀ ਹੈ। ਇਹ ਜਿਹੜੀ ਮਾਇਆ ਹੈਗੀ ਹੈ ਨਾ, ਇਹ ਦੂਰ ਇੱਕ ਠੱਗਣ ਵਾਲਾ ਪਾਣੀ ਜਿਵੇਂ ਨਜ਼ਰ ਆਉਂਦਾ ਹੈ, ਉਸ ਤਰ੍ਹਾਂ ਹੈ ਠੱਠਾ ਇਹ ਹੈ ਦੂਰ ਠਗਨੀਰਾ। ਇਸ ਮਾਇਆ ਤੋਂ ਲੱਗਦਾ ਜਿਵੇਂ ਮੇਰੀ ਪਿਆਸ ਬੁਝਾ ਦੇਗੀ ਮਾਇਆ, ਇਹ ਮਾਇਆ ਮੇਰੀ ਪਿਆਸ ਖਤਮ ਕਰ ਦੇਗੀ, ਮੈਨੂੰ ਸ਼ਾਂਤੀ ਤ੍ਰਿਪਤੀ ਦੇ ਦੇਗੀ। ਤੇ ਕੋਈ ਵੀ ਮਾਇਆ ਕਦੀ ਵੀ ਕਿਸੇ ਦੀ ਪਿਆਸ ਨਹੀਂ ਬੁਝਾਉਂਦੀ। ਮਾਇਆ ਪਿਆਸ ਨਹੀਂ ਦੂਰ ਕਰਦੀ, ਮਾਇਆ ਭੁੱਖ ਨਹੀਂ ਮਿਟਾਉਂਦੀ, ਮਾਇਆ ਦੁੱਖ ਨਹੀਂ ਖਤਮ ਕਰਦੀ। ਮਾਇਆ ਜਿਹਨੂੰ ਅਸੀਂ ਸੋਚਦੇ ਹਾਂ ਕਿ ਜਿਹਦੇ ਨੂੰ ਮਾਇਆ ਦੇ ਨਾਲ ਮੇਰੀਆਂ ਭੁੱਖਾਂ ਮਿਟ ਜਾਣਗੀਆਂ, ਮੇਰੇ ਕੰਮ ਸਬਰ ਜਾਣਗੇ, ਮਾਇਆ ਕਦੀ ਸੁੱਖ ਨਹੀਂ ਦਿੰਦੀ। ਇਹ ਯਾਦ ਰੱਖਿਓ, ਮਾਇਆ ਸਿਰਫ ਸਹੂਲਤ ਦਿੰਦੀ ਹੈ। ਇਹ ਸਹੂਲਤ ਦੇਗੀ ਸਿਰਫ। 36 ਪ੍ਰਕਾਰ ਦੇ ਭੋਜਨ ਟੇਬਲ ਤੇ ਪਏ ਨੇ, ਸਹੂਲਤ ਦੇ ਦਿੱਤੀ ਮਾਇਆ ਨੇ। ਹੁਣ 36 ਪ੍ਰਕਾਰ ਦੇ ਭੋਜਨ ਤੇ ਟੇਬਲ ਤੇ ਸਜੇ ਨੇ, ਸੁੱਖ ਤੇ ਤਾਂ ਹੋਏਗਾ ਨਾ ਜੇ ਭੁੱਖ ਲੱਗੀ ਹੋਏਗੀ ਤੇ ਖਾਵਾਂਗੇ ਤੇ ਮਜ਼ਾ ਲਵਾਂਗੇ ਇਸ ਖਾਣੇ ਦਾ। ਜੇ ਭੁੱਖ ਨਹੀਂ ਲੱਗੀ ਫਿਰ ਸੁੱਖ ਕਾਹਦਾ ਹੈ? ਜੇ ਭੋਜਨ ਦਾ ਆਨੰਦ ਹੀ ਨਹੀਂ ਲਿਆ ਖਾ ਕੇ ਸੁੱਖ ਕਾਹਦਾ ਹੈ? ਕਈ ਵਾਰੀ ਭੁੱਖ ਵੀ ਲੱਗੀ ਹੁੰਦੀ ਹੈ, ਡਾਕਟਰ ਕਹਿ ਦਿੰਦਾ ਤੂੰ ਖੰਡ ਨਹੀਂ ਖਾ ਸਕਦਾ, ਤੂੰ ਨਮਕ ਨਹੀਂ ਖਾ ਸਕਦਾ, ਤੂੰ ਤਲੀਆਂ ਚੀਜ਼ਾਂ ਨਹੀਂ ਖਾ ਸਕਦਾ, ਖੱਟੀਆਂ ਨਹੀਂ ਖਾ ਸਕਦਾ। ਹੁਣ ਤੇ ਰਸੋਈ 'ਚ ਮਿਰਚਾਂ ਹੀ ਬਚੀਆਂ ਨੇ ਨਾ, ਡਾਕਟਰ ਕਹਿੰਦਾ ਤੂੰ ਉਹ ਵੀ ਨਹੀਂ ਖਾ ਸਕਦਾ, ਖਰਾਬ ਕਰਨਗੀਆਂ ਤੈਨੂੰ। ਇਹਦਾ ਮਤਲਬ ਮਾਇਆ ਨੇ ਸਹੂਲਤ ਦਿੱਤੀ, ਸੁੱਖ ਨਹੀਂ ਦਿੱਤਾ। ਮਾਇਆ ਨਾਲ ਕੋਈ ਪਲੰਘ ਖਰੀਦ ਕੇ ਉੱਪਰ ਡੰਲਪ ਦੇ ਗੱਦੇ ਵਿਛਾ ਸਕਦਾ ਹੈ, ਸਰਾਣੇ ਲਾ ਸਕਦਾ ਹੈ। ਸੁੱਖ ਤੇ ਤਾਂ ਜੇ ਨੀਂਦ ਆਏ, ਜੇ ਨੀਂਦ ਨਾ ਆਏ ਤੇ ਸੁੱਖ ਕਾਹਦਾ ਹੈ? ਮਾਇਆ ਦੇ ਨਾਲ
ਦਵਾਈਆਂ ਖਰੀਦੀਆਂ ਜਾ ਸਕਦੀਆਂ ਨੇ, ਤੰਦਰੁਸਤੀ ਨਹੀਂ। ਮਾਇਆ ਨਾਲ ਮੇਕਅਪ ਦਾ ਸਮਾਨ ਖਰੀਦਿਆ ਜਾ ਸਕਦਾ ਹੈ, ਖੂਬਸੂਰਤੀ ਨਹੀਂ ਖਰੀਦੀ ਜਾ ਸਕਦੀ। ਮਾਇਆ ਨਾਲ ਨੌਕਰ ਖਰੀਦੇ ਜਾ ਸਕਦੇ ਨੇ, ਮਿੱਤਰ ਨਹੀਂ ਖਰੀਦੇ ਜਾਂਦੇ। ਮਾਇਆ ਦੇ ਨਾਲ ਘੜੀਆਂ ਖਰੀਦੀਆਂ ਜਾਂਦੀਆਂ ਨੇ, ਪਰ ਜ਼ਿੰਦਗੀ 'ਚ 1 ਮਿੰਟ ਦਾ ਵੀ ਸਮਾਂ ਨਹੀਂ ਖਰੀਦਿਆ ਜਾ ਸਕਦਾ। ਮਾਇਆ ਦੇ ਨਾਲ ਕੋਈ ਢੇਰ ਕਿਤਾਬਾਂ ਖਰੀਦ ਕੇ ਘਰ ਲਾਇਬ੍ਰੇਰੀ ਬਣਾ ਸਕਦਾ ਹੈ, ਪਰ ਗਿਆਨ ਕਮਾਉਣਾ ਪੈਂਦਾ ਹੈ। ਮਾਇਆ ਦੇ ਨਾਲ ਮੂਰਤੀਆਂ ਲੋਕ ਖਰੀਦ ਸਕਦੇ ਨੇ, ਭਗਵਾਨ ਨਹੀਂ ਖਰੀਦਿਆ ਜਾ ਸਕਦਾ। ਇਹ ਮਾਇਆ ਜਿਹੜੀ ਠਗਨੀਰਾ ਹੈ, ਠੱਠਾ, ਇਹ ਹੈ ਦੂਰ ਠਗਨੀਰਾ। ਆ ਜਿਹੜੀ ਮਾਇਆ ਹੈ, ਇਹ ਦੂਰ ਇੱਕ ਠੱਗਣ ਵਾਲਾ ਪਾਣੀ ਹੈ, ਜਿਹਨੇ ਦੱਸਿਆ ਕਿ ਤੈਨੂੰ ਮੈਂ ਸੁੱਖ ਦੇ ਸਕਦੀ ਹਾਂ, ਆਨੰਦ ਦੇ ਸਕਦੀ ਹਾਂ, ਪਰ ਇਸ ਮਾਇਆ ਨੇ ਕਦੀ ਕਿਸੇ ਨੂੰ ਸੁੱਖ ਨਹੀਂ ਦਿੱਤਾ। ਤਾਂ ਹੀ ਗੁਰੂ ਜੀ ਨੇ ਬਾਣੀ 'ਚ ਬਚਨ ਕੀਤਾ, ਜੋ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ। ਜੇ ਸੁੱਖ ਲੈਣਾ ਹੀ, ਰਾਮ ਦੀ ਸ਼ਰਨ 'ਚ ਆ ਜਾਏ। ਕੋਈ ਕੰਪਨੀ ਮਸ਼ਹੂਰ ਹੋ ਜਾਏ ਨਾ, ਉਹਨੂੰ ਇਸ ਗੱਲ ਦਾ ਫਿਕਰ ਪੈ ਜਾਂਦਾ ਹੈ ਕਿਤੇ ਮੇਰੀ ਕਾਪੀ ਨਾ ਤਿਆਰ ਹੋ ਜਾਏ, ਮੇਰੀ ਨਕਲ ਨਾ ਤਿਆਰ ਹੋ ਜਾਏ, ਤੇ ਕੰਪਨੀ ਇਸ ਗੱਲ ਦਾ ਐਲਾਨ ਕਰ ਦਿੰਦੀ ਹੈ ਕਿ ਸਾਡੀ ਬ੍ਰਾਂਚ ਕੋਈ ਨਹੀਂ, ਇਹ ਪ੍ਰੋਡਕਟ ਸਿਰਫ ਸਾਡੇ ਤੋਂ ਮਿਲੇਗਾ। ਇਸੇ ਤਰ੍ਹਾਂ ਗੁਰੂ ਜੀ ਨੇ ਕਹਿ ਦਿੱਤਾ, ਸੁੱਖ ਮਿਲਣਾ ਪ੍ਰਭੂ ਤੋਂ। ਜੇ ਸੁੱਖ ਲੈਣਾ ਹੀ, ਤੇ ਸੁੱਖ ਕੇਵਲ ਪ੍ਰਭੂ ਤੋਂ ਮਿਲੇਗਾ, ਪ੍ਰਾਪਤ ਹੋਏਗਾ। ਜੋ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ। ਸਭ ਸੁਖ ਦਾਤਾ ਰਾਮ ਹੈ। ਤੇ ਅਗਲੀ ਗੱਲ, ਸਾਡੀ ਬ੍ਰਾਂਚ ਕੋਈ ਨਹੀਂ, ਦੂਸਰ ਨਾਹਿਨ ਕੋਏ। ਦੂਜੀ ਕੋਈ ਜਗ੍ਹਾ ਨਹੀਂ ਜਿੱਥੇ ਤੁਹਾਨੂੰ ਸੁੱਖ ਮਿਲ ਜਾਏ। ਕਿ ਸ਼ਾਇਦ ਕਾਰ ਕੋਠੀ ਵੀ ਸੁੱਖ ਦੇ ਦਿੰਦੀ ਹੈ, ਸ਼ਾਇਦ ਕੁਰਸੀ ਵੀ ਸੁੱਖ ਦੇ ਦਿੰਦੀ ਹੈ, ਦੂਜੀ ਕੋਈ ਜਗ੍ਹਾ ਨਹੀਂ ਜਿੱਥੋਂ ਸੁੱਖ ਮਿਲੇ। ਇਹ ਠਗਨੀਰਾ ਹੈ, ਠੱਗਣ ਵਾਲਾ ਪਾਣੀ ਹੈ, ਜਿਹਨੇ ਅੱਜ ਤੀਕਰਾਂ ਕਦੀ ਕਿਸੇ ਦੀ ਪਿਆਸ ਬੁਝਾਈ ਨਹੀਂ, ਭੜਕਾਈ ਜ਼ਰੂਰ ਹੈ। ਇਸੇ ਕਰਕੇ ਮਾਇਆ ਨੂੰ ਅੱਗ ਕਿਹਾ ਗਿਆ। ਇਹ ਉਹ ਅੱਗ ਹੈ ਜਿਹੜੀ ਪਿਆਸ ਭੜਕਾਉਂਦੀ ਹੈ। ਵੱਡੇ ਵੱਡੇ ਰਾਜਨ ਅਰ ਭੂਮਨ ਤਾਕੀ ਤ੍ਰਿਸ਼ਨ ਨਾ ਬੂਝੀ। ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨਾ ਸੂਝੀ। ਦਿਖਿਆ ਮੈਂ ਕਿਨੇ ਹੀ ਤ੍ਰਿਪਤ ਨਾ ਪਾਈ। ਜਿਉ ਪਾਵਕ ਇੰਦਨ ਨੀ ਤਰਾਪੈ ਬਿਨ ਹਰ ਕਹਾਂ ਅਘਾਈ। ਜਿਵੇਂ ਕੋਈ ਬੰਦਾ ਕਹੇ ਵੀ ਅੱਗ ਲੱਗੀ ਹੈ, ਕੋਈ ਗੱਲ ਨਹੀਂ, ਤੇਲ ਪਾਓ, ਲੱਕੜੀਆਂ ਬਾਲਣ ਪਾਓ, ਜਦੋਂ ਅੱਗ ਰੱਜ ਜਾਏਗੀ ਨਾ, ਖਾ ਖਾ ਕੇ ਆਪੇ ਬੁਝ ਜਾਏਗੀ। ਇਹ ਬੜਾ ਖਤਰਨਾਕ ਸਿਧਾਂਤ ਹੈ। ਤੇਲ ਪਾਣ ਨਾਲ, ਬਾਲਣ ਪਾਣ ਨਾਲ ਅੱਗ ਰੱਜਦੀ ਨਹੀਂ ਹੈ, ਉਹਦੀ ਅੱਗ ਹੋਰ ਭੜਕਦੀ ਹੈ, ਹੋਰ ਜ਼ਿਆਦਾ। ਇਹ ਉਹ ਠਗਨੀਰ ਹੈ ਜਿਹਦੇ ਨਾਲ ਮਾਇਆ ਦੀ ਪਿਆਸ ਹੋਰ ਵੱਧਦੀ ਚਲੀ ਜਾਂਦੀ, ਪਿਆਸ ਘਟਦੀ ਨਹੀਂ। ਠੱਠਾ, ਇਹ ਹੈ ਦੂਰ ਠਗਨੀਰਾ। ਤੇ ਦੂਜਾ ਠਗਨੀਰਾ ਹੈ ਸਾਡੀ ਸੋਚ, ਮਾਇਆ ਵਾਲੀ ਸੋਚ, ਜਿਹੜੀ ਸਾਨੂੰ ਰੱਬ ਤੋਂ ਦੂਰ ਕਰ ਰਹੀ ਹੈ। ਸਵਾਰਥ ਵਾਲੀ ਸੋਚ ਜਿਹੜੀ ਰੱਬ ਤੋਂ ਦੂਰ ਕਰ ਰਹੀ ਹੈ। ਅੰਦਰੋਂ ਅਸੀਂ ਕੁਛ ਹੋਰ ਆ, ਬਾਹਰੋਂ ਹੋਰ ਆ। ਆਪਣਿਆਂ ਨਾਲ ਹੋਰ ਤਰੀਕੇ ਨਾਲ ਵਿਹਾਰ ਕਰਦੇ ਆ, ਦੂਜੇ ਨਾਲ ਹੋਰ ਤਰੀਕੇ ਨਾਲ ਵਿਹਾਰ ਕਰਦੇ ਆ। ਆਹ ਜਿਹੜੀ ਸੋਚ ਹੈ ਨਾ, ਇਹ ਸਾਨੂੰ ਕਦੀ ਆਨੰਦ ਨਹੀਂ ਦੇਗੀ, ਸਾਡੀ ਪਿਆਸ ਕਦੀ ਨਹੀਂ ਬੁਝਾਏਗੀ। ਅਸੀਂ ਅੰਦਰੋਂ ਅੰਦਰ ਹੀ ਸੜਦੇ ਰਵਾਂਗੇ, ਤੜਫਦੇ ਰਵਾਂਗੇ। ਇਹ ਭੁਲੇਖਾ ਹੈ ਬਸ। ਮਾਨੋ ਜਿਵੇਂ ਕਿੱਕਰ ਦਾ ਬੀਜ ਗੋਲ ਜਿਹਾ ਹੁੰਦਾ ਹੈ, ਕਾਸ਼ਨੀ ਜਿਹਾ ਰੰਗ, ਕੂਲਾ ਜਿਹਾ, ਬੜਾ ਨਰਮ ਜਿਹਾ ਹੁੰਦਾ ਹੈ। ਕੋਈ ਸੋਚ ਨਹੀਂ ਸਕਦਾ ਇਸ ਕਿੱਕਰ ਦੇ ਵਿੱਚ ਇੰਨੀ, ਇਸ ਬੀਜ ਵਿੱਚ ਇੰਨੀ ਸਮਰੱਥਾ ਹੈ, ਹਜ਼ਾਰਾਂ ਲੱਖਾਂ ਕੰਡੇ ਪੈਦਾ ਕਰ ਸਕਦਾ ਹੈ। ਸੋਚ ਨਹੀਂ ਸਕਦਾ। ਪਰ ਜਦੋਂ ਕਿੱਕਰ ਦਾ ਬੀਜ ਬੀਜਿਆ ਜਾਂਦਾ ਹੈ, ਕਰੂੰਬਲਾਂ ਨਿਕਲਦੀਆਂ ਨੇ, ਕੋਮਲ ਤੇ ਬੜੀਆਂ ਨੇ, ਪਰ ਜਦੋਂ ਰੁੱਖ ਬਣਦੀਆਂ ਨੇ, ਵਿੱਚੋਂ ਸੂਲਾਂ ਨਿਕਲਦੀਆਂ ਨੇ, ਕੰਡੇ ਨਿਕਲਦੇ ਨੇ, ਫਿਰ ਉਹ ਚੁਭਦੇ ਨੇ। ਮਾਇਆ ਬੜੇ ਕੋਮਲ ਬੀਜ ਦੀ ਤਰ੍ਹਾਂ ਹੈ। ਇਹ ਸੋਚ ਬੜੀ ਕੋਮਲ ਲੱਗਦੀ ਹੈ ਕਿ ਆ ਮੇਰਾ ਆਪਣਾ ਹੈ, ਉਹ ਬੇਗਾਨਾ ਹੈ। ਇਹ ਸੋਚ ਵਧੀਆ ਲੱਗਦੀ ਹੈ, ਮੈਂ ਆਪਣੇ ਵਾਸਤੇ ਇੰਨਾ ਧਨ ਜੋੜ ਲਿਆ, ਬੇਗਾਨਿਆਂ ਨੂੰ ਮੈਂ ਲੁੱਟ ਲਿਆ। ਪਰ ਇਹ ਸੋਚ ਉਹ ਬੀਜ ਹੈ, ਇਹਦੇ ਵਿੱਚੋਂ ਈਰਖਾ ਦੇ ਕੰਡੇ ਨਿਕਲਦੇ ਨੇ, ਹੰਕਾਰ ਦੇ ਕੰਡੇ ਨਿਕਲਦੇ ਨੇ, ਮੋਹ ਦੇ ਕੰਡੇ ਨਿਕਲਦੇ ਨੇ, ਕ੍ਰੋਧ ਦੀਆਂ ਸੂਲਾਂ ਨਿਕਲਦੀਆਂ ਨੇ, ਇਹਦੇ ਵਿੱਚੋਂ ਤ੍ਰਿਸ਼ਨਾ ਦੇ ਕੰਡੇ ਨਿਕਲਦੇ ਨੇ, ਜਿਹੜੇ ਚੁਭਦੇ ਨੇ ਫਿਰ ਜ਼ਿੰਦਗੀ ਭਰ। ਠੱਠਾ, ਇਹ ਹੈ ਦੂਰ ਠਗਨੀਰਾ। ਇਹ ਜਿਹੜੀ ਮਾਇਆ ਵਾਲੀ ਸੋਚ ਹੈ, ਇਹ ਠੱਗਣ ਵਾਲਾ ਪਾਣੀ ਦੂਰੋਂ ਨਜ਼ਰ ਆਉਂਦਾ ਵੀ ਸ਼ਾਇਦ ਪਿਆਸ ਬੁਝਾ ਦੇਗਾ। ਨੀਠ ਨੀਠ ਮਨ ਕੀਆ ਧੀਰਾ। ਤੇ ਜਦੋਂ ਮੈਂ ਧਿਆਨ ਨਾਲ, ਗੌਰ ਨਾਲ ਦੇਖਿਆ, ਉਹ ਨਹੀਂ ਨਹੀਂ, ਇਹ ਤੇ ਪਾਣੀ ਥੋੜੀ ਹੈ, ਇਹ ਤੇ ਰੇਤ ਚਮਕ ਰਹੀ ਹੈ। ਸ਼ੁਕਰ ਹੈ ਇਹਦੇ ਪਿੱਛੇ ਦੌੜਿਆ ਨਹੀਂ, ਪਿਆਸ ਦੀ ਤਰਫ ਕੇ ਮਰ ਜਾਣਾ ਸੀ। ਹੁਣ ਮੈਂ ਅਸਲੀ ਪਾਣੀ ਦੀ ਖੋਜ ਕਰ ਲਵਾਂ, ਕਿੱਥੇ ਹੈ। ਨੀਠ ਨੀਠ ਮੈਨੇ ਨੀਚ ਲਾ ਲਾ ਕੇ, ਨਿਰਖ ਨਿਰਖ ਕੇ, ਪ੍ਰੀਖਣ ਕਰਕੇ, ਪਰਖ ਪਰਖ ਕੇ, ਗੌਰ ਨਾਲ ਦੇਖ ਕੇ, ਮਨ ਕੀਆ ਧੀਰਾ, ਮਨ ਵਿੱਚ ਧੀਰਜ ਬਣਾ ਲਿਆ, ਮਨ ਨੂੰ ਟਿਕਾ ਲਿਆ, ਮਨ ਨੂੰ ਧੀਰਜਵਾਨ ਬਣਾ ਲਿਆ, ਸਮਝਾ ਲਿਆ, ਭੁਲੇਖਾ ਦੂਰ ਕਰ ਦਿੱਤਾ ਇਸ ਮਨ ਦਾ। ਹੁਣ ਸਮਝ ਆ ਗਈ
ਕਿ ਪਾਣੀ ਨਹੀਂ ਹੈ, ਰੇਤਾ ਹੈ। ਜਿਹਦੇ ਪਿੱਛੇ ਦੌੜ ਰਿਹਾ ਸੁੱਖ ਨਹੀਂ, ਦੁੱਖ ਦਿੰਦਾ ਹੈ। ਜਿਹਦੇ ਪਿੱਛੇ ਜਾ ਰਿਹਾ ਆਨੰਦ ਨਹੀਂ, ਇਹ ਵਿਕਾਰ ਦਿੰਦਾ ਹੈ। ਹੁਣ ਕੀ ਹੋਇਆ? ਦੌੜਦਾ ਦੌੜਦਾ ਜਿਹੜਾ ਮਨ ਸੀ, ਨੀਠ ਨੀਠ ਮਨ ਕੀਆ ਧੀਰਾ। ਚੰਗੀ ਤਰ੍ਹਾਂ ਨੀਝ ਲਾ ਕੇ ਦੇਖਿਆ ਕਿ ਇਹ ਤੇ ਰੇਤ ਹੈ, ਪਾਣੀ ਥੋੜੇ ਹੈ। ਮਨ ਨੂੰ ਧੀਰਜਵਾਨ ਕਰ ਲਿਆ, ਮਨ ਨੂੰ ਟਿਕਾ ਲਿਆ। ਨੀਠ ਨੀਠ ਮਨ ਕੀਆ ਧੀਰਾ। ਹੁਣ ਮਨ ਦੌੜਨੋਂ ਰੁਕ ਗਿਆ, ਟਿਕ ਗਿਆ। ਜਿਨ ਠੱਗ ਠੱਗਿਆ ਸਗਲ ਜਗ ਖਾਵਾ। ਜਿਨ ਭਾਵ ਜਿਸ ਨੇ, ਚਾਰ ਅੱਖਰ ਆਉਂਦੇ ਨੇ ਬਾਣੀ ਚ ਇਹ, ਜਿਨ, ਤਿੰਨ, ਉਨ, ਇਨ, ਕਿਨ, ਪੰਜ। ਜਿਨ, ਤਿੰਨ, ਕਿਨ, ਇਨ ਤੇ ਉਨ। ਜਿੱਥੇ ਨੰਨੇ ਨੂੰ ਸਿਹਾਰੀ ਆ ਗਈ ਉੱਥੇ ਇੱਕ ਦੀ ਗੱਲ ਹੈ, ਇੱਕ ਵਚਨ। ਜਿਨ, ਜਿਸ ਨੇ, ਕਿਨ, ਕਿਸ ਨੇ, ਉਨ, ਉਸ ਨੇ, ਤਿੰਨ, ਤਿਸ ਨੇ, ਇਨ, ਇਸ ਨੇ। ਤੇ ਜਿੱਥੇ ਨੰਨਾ ਮੁਕਤ ਆਏਗਾ ਅਖੀਰ ਤੇ, ਜਿਨ, ਤਿੰਨ, ਇਨ, ਕਿਨ, ਉਨ, ਉੱਥੇ ਬਹੁਤਿਆਂ ਦੀ ਗੱਲ ਹੋਏਗੀ। ਉਹਨਾਂ ਨੇ, ਜਿਨ੍ਹਾਂ ਨੇ, ਕਿਨਾਂ ਨੇ, ਤਿਨਾਂ ਨੇ, ਇਹਨਾਂ ਨੇ। ਇੱਥੇ ਨੰਨੇ ਨੂੰ ਸਿਹਾਰੀ ਹੈ ਜਿਨ, ਠੱਗ ਠੱਗਿਆ। ਜਿਨ ਭਾਵ ਜਿਸ, ਠੱਗ ਗੱਗੇ ਨੂੰ ਆ ਗਈ ਸਿਹਾਰੀ, ਠੱਗ ਨੇ। ਜਿਸ ਠੱਗ ਨੇ ਠੱਗਿਆ, ਜਿਸ ਠੱਗ ਨੇ ਠੱਗਿਆ, ਜਿਸ ਮਾਇਆ ਦੀ ਸੋਚ ਨੇ ਪੂਰੀ ਦੁਨੀਆ ਨੂੰ ਠੱਗਿਆ। ਜਿਸ ਮਾਇਆ ਨੇ, ਜਿਸ ਠਗਰੀਰੇ ਨੇ, ਜਿਸ ਨਜ਼ਰ ਆਉਣ ਵਾਲੇ ਪਾਣੀ ਵਾਲੀ ਰੇਤ ਨੇ ਦੁਨੀਆ ਨੂੰ ਠੱਗਿਆ। ਕਿਤੇ ਪਾਣੀ ਹੈ? ਜਿਸ ਰੇਤ ਨੇ ਦੁਨੀਆ ਨੂੰ ਠੱਗਿਆ। ਜਿਨ ਠੱਗ ਠੱਗਿਆ ਸਗਲ ਜਗ ਖਾਵਾ। ਸਾਰੇ ਜਗਤ ਨੂੰ ਖਾ ਲਿਆ, ਪੂਰੀ ਦੁਨੀਆ ਨੂੰ ਫਸਾ ਲਿਆ, ਆਪਣੀ ਗ੍ਰਿਫਤ ਵਿੱਚ ਲੈ ਲਿਆ, ਪਕੜ ਚ ਲੈ ਲਿਆ, ਆਪਣੇ ਕਾਬੂ ਚ ਕਰ ਲਿਆ, ਆਪਣੇ ਅਧੀਨ ਕਰ ਲਿਆ। ਜਿਸ ਮਾਇਆ ਨੇ ਜਗਤ ਨੂੰ ਆਪਣੇ ਅਧੀਨ ਕੀਤਾ ਹੋਇਆ ਤੇ ਸਾਰੀ ਦੁਨੀਆ ਨੂੰ ਖਾਦਾ ਹੋਇਆ। ਜਿਨ ਠੱਗ ਠੱਗਿਆ ਸਗਲ ਜਗ ਖਾਵਾ। ਜਿਨ੍ਹਾਂ ਵਿਕਾਰਾਂ ਨੇ, ਜਿਸ ਵਿਕਾਰਾਂ ਵਾਲੀ ਸੋਚ ਨੇ ਪੂਰੇ ਜਗਤ ਨੂੰ ਆਪਣੇ ਅਧੀਨ ਕੀਤਾ ਹੋਇਆ। ਹਰ ਕੋਈ ਕ੍ਰੋਧ ਚ ਫਸਿਆ ਹੋਇਆ, ਕੋਈ ਲੋਭ ਦੀ ਗ੍ਰਿਫਤ ਚ ਫਸਿਆ ਹੋਇਆ। ਕਿਸੇ ਨੇ ਕ੍ਰੋਧ ਨੂੰ ਕਾਬੂ ਚ ਕੀਤਾ ਹੋਇਆ, ਕੋਈ ਹੰਕਾਰ ਦੇ ਜਾਲ ਚ ਫਸਿਆ ਹੋਇਆ, ਕੋਈ ਨਿੰਦਿਆ ਚੁਗਲੀ ਦੇ ਵਿੱਚ ਫਸਿਆ ਹੋਇਆ ਤੇ ਕੋਈ ਆਸਾ ਤ੍ਰਿਸ਼ਨਾ ਦੇ ਜਾਲ ਦੇ ਵਿੱਚ ਫਸਿਆ ਹੋਇਆ। ਸਾਰੇ ਠੱਗੀ ਤੇ ਗਏ ਨੇ। ਕੋਈ ਨਾ ਕੋਈ ਔਗਣ ਕਿਸੇ ਨਾ ਕਿਸੇ ਨੂੰ ਠੱਗੀ ਬੈਠਾ ਹੈ। ਆ ਵਿਕਾਰਾਂ ਵਾਲੀ ਜਿਹੜੀ ਸੋਚ ਹੈ ਨਾ, ਉਹ ਸੋਚ ਜਿਹੜੀ ਰੱਬ ਨਾਲੋਂ ਦੂਰ ਕਰਦੀ ਹੈ। ਇਹ ਮਾਇਆ ਜਿੱਤ ਹਰ ਵਿਸਰੇ, ਉਹ ਹੈ ਮਾਇਆ, ਉਹ ਸੋਚ ਜਿਹਦੇ ਨਾਲ ਸਾਨੂੰ ਰੱਬ ਭੁੱਲ ਜਾਏ। ਉਹ ਸੋਚ ਦਾ ਨਾਮ ਹੈ ਮਾਇਆ। ਜਿਹਨੇ ਜਗਤ ਨੂੰ ਠੱਗਿਆ, ਜਗਤ ਨੂੰ ਖਾ ਲਿਆ। ਜਿਨ ਠੱਗ ਠੱਗਿਆ ਸਗਲ ਜਗ ਖਾਵਾ। ਜਿਸ ਠਗਨੀਰੇ ਨੇ, ਜਿਸ ਮਾਇਆਵੀ ਸੋਚ ਨੇ ਪੂਰੇ ਜਗਤ ਨੂੰ ਠੱਗਿਆ, ਸੰਸਾਰ ਨੂੰ ਖਾਦਾ ਹੋਇਆ ਹੈ। ਸੋ ਠੱਗ ਠੱਗਿਆ ਠੌਰ ਮਨ ਆਵਾ। ਸੋ ਮੈਨੇ ਉਹ ਵਾਲਾ ਠੱਗ ਠੱਗਿਆ ਮੈਨੇ, ਮੈਂ ਠੱਗ ਲਿਆ। ਉਸ ਠੱਗ ਨੂੰ ਮੈਂ ਆਪਣੇ ਕਾਬੂ ਚ ਕਰ ਲਿਆ, ਉਸ ਮਾਇਆ ਨੂੰ ਮੈਂ ਆਪਣੇ ਅਧੀਨ ਕਰ ਲਿਆ। ਜਿਹਨੇ, ਜਿਸ ਸੋਚ ਨੇ, ਜਿਸ ਬੁਰੀ ਸੋਚ ਨੇ ਦੁਨੀਆ ਨੂੰ ਕਾਬੂ ਚ ਕੀਤਾ ਸੀ, ਉਸ ਬੁਰੀ ਸੋਚ ਨੂੰ ਮੈਂ ਕਾਬੂ ਚ ਕਰ ਲਿਆ। ਜਿਸ ਮਾੜੀ ਸੋਚ ਨੇ, ਜਿਸ ਵਿਕਾਰਾਂ ਵਾਲੀ ਸੋਚ ਨੇ ਦੁਨੀਆ ਨੂੰ ਆਪਣੇ ਪੰਜੇ ਚ ਲਿਆ ਹੋਇਆ ਸੀ, ਆਪਣਾ ਗੁਲਾਮ ਬਣਾ ਕੇ ਰੱਖਿਆ ਸੀ, ਉਸ ਮਾੜੀ ਸੋਚ, ਉਸ ਵਿਕਾਰਾਂ ਵਾਲੀ ਸੋਚ ਨੂੰ ਮੈਂ ਆਪਣੇ ਅਧੀਨ ਕਰ ਲਿਆ, ਮੈਂ ਆਪਣਾ ਗੁਲਾਮ ਬਣਾ ਲਿਆ, ਆਪਣੇ ਕਾਬੂ ਚ ਕਰ ਲਿਆ। ਸੋ ਠੱਗ ਠੱਗਿਆ, ਉਸ ਠੱਗ ਨੂੰ ਹੁਣ ਮੈਂ ਠੱਗ ਲਿਆ। ਠੌਰ ਮਨ ਆਵਾ, ਨਤੀਜਾ ਕੀ ਹੋਇਆ? ਮਨ ਟਿਕਾਣੇ ਵਿੱਚ ਆ ਗਿਆ। ਜਿਸ ਮੋਹ ਨੇ ਮਨੁੱਖ ਨੂੰ ਉਹਦੀ ਇਨਸਾਨੀਅਤ ਤੋਂ ਭੁਲਾ ਦਿੱਤਾ ਸੀ, ਉਹਦੇ ਗੁਣਾਂ ਤੋਂ ਉਹਨੂੰ ਤੋੜ ਕੇ ਰੱਖ ਦਿੱਤਾ ਸੀ, ਉਸ ਮੋਹ ਨੂੰ ਮੈਂ ਆਪਣੇ ਅਧੀਨ ਕਰ ਲਿਆ। ਉਸ ਵਿਕਾਰਾਂ ਦੀ ਸੋਚ ਨੂੰ ਮੈਂ ਆਪਣੇ ਅਧੀਨ ਕਰ ਲਿਆ। ਹੁਣ ਮੇਰਾ ਮਨ ਕਾਬੂ ਵਿੱਚ ਆ ਗਿਆ। ਹੁਣ ਮੇਰਾ ਮਨ ਕਿਤੇ ਵੀ ਭਟਕਦਾ ਨਹੀਂ, ਕਿਤੇ ਵੀ ਜਾਂਦਾ ਨਹੀਂ, ਅਡੋਲਤਾ ਵਿੱਚ ਆ ਕੇ ਟਿਕ ਗਿਆ। ਇਹਦੀ ਦੌੜ ਹੀ ਖਤਮ ਹੋ ਗਈ। 12 ਵੰਨਿਆਂ ਦਾ ਬਣ ਗਿਆ, 24 ਕੈਰਟ ਦਾ ਬਣ ਗਿਆ। ਹੁਣ ਇਹ ਮਨ ਜਿਹੜੀ ਦੌੜ ਜਿਹੜੀ ਹੈ, ਮਨ ਦੀ ਦੌੜ ਖਤਮ ਹੋ ਗਈ। ਮਨ ਜਿਵੇਂ ਕੁਠਾਲੀ ਦੇ ਵਿੱਚ ਸੋਨਾ ਜਿਹੜਾ ਉਹਨਾਂ ਚਿਰ ਤੇਜ਼ੀ ਨਾਲ ਚੱਕਰ ਕੱਟਦਾ ਜਿੰਨਾ ਚਿਰ ਮੈਲਾ ਹੋਵੇ। ਜਦੋਂ ਸ਼ੁੱਧ ਹੋ ਜਾਂਦਾ ਹੈ ਉਦੋਂ ਉਹ ਸੋਨਾ ਇੱਕ ਥਾਂ ਤੇ ਆ ਕੇ ਟਿਕ ਜਾਂਦਾ ਹੈ। ਉਦੋਂ ਇੱਕ ਥਾਂ ਤੇ ਆ ਕੇ ਟਿਕ ਜਾਂਦਾ ਹੈ। ਬਿਲਕੁਲ ਇਸੇ ਤਰ੍ਹਾਂ ਮੇਰਾ ਮਨ ਵੀ ਜਿਹੜਾ 12 ਵੰਨਿਆਂ 24 ਕੈਰਟ ਦਾ ਹੋ ਗਿਆ। ਇਹਦੀ ਦੌੜ ਵੀ ਖਤਮ ਹੋ ਗਈ, ਇੱਕ ਥਾਂ ਤੇ ਆ ਕੇ ਟਿਕ ਗਿਆ। ਜਿਉਂ ਕਨਕੋ ਕੁਠਾਰੀ ਚਰਿਓ ਕਬਰੋ ਹੋਤ ਫਿਰੋ, ਜਬ ਤੇ ਸ਼ੁੱਧ ਪਏ ਹੈ 12। ਜਦੋਂ 12 ਵੰਨਿਆਂ ਦਾ ਸ਼ੁੱਧ ਹੋ ਗਿਆ, 24 ਕੈਰਟ ਦਾ ਹੋ ਗਿਆ,
ਤਬ ਤੇ ਥਾਨ ਥਿਰੋ। ਹੁਣ ਇੱਕ ਥਾਂ ਤੇ ਆ ਕੇ ਟਿਕ ਗਿਆ। ਸੋ ਠੱਗ ਠਗਿਆ ਠੌਰ ਮਨ ਆਵਾ। ਹੁਣ ਮਨ ਠੌਰ ਵਿੱਚ ਆ ਗਿਆ, ਟਿਕਾਣੇ ਵਿੱਚ ਆ ਕੇ ਟਿਕ ਗਿਆ। ਹੁਣ ਮਨ ਵਿਕਾਰਾਂ ਦੀ ਦੌੜ ਦੌੜਦਾ ਹੀ ਨਹੀਂ, ਹੁਣ ਉਸ ਪ੍ਰਭੂ ਦੇ ਚਰਨਾਂ ਦੇ ਵਿੱਚ ਲੀਨ ਹੋ ਗਿਆ, ਇੱਕ ਥਾਂ ਤੇ ਇਕਾਗਰ ਹੋ ਗਿਆ, ਭਾਵ ਗੁਣਾਂ ਦੇ ਵਿੱਚ ਸਮਾ ਗਿਆ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਖਿਮਾ ਕਰਨੀਆਂ ਜੀ। ਮਿਲ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।